ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋ। ਲੌਂਗ ਹਾਲ ਚੱਲਣ ਵਾਲੇ ਟਰੱਕਰ ਵੀਰ, ਜੇਕਰ ਤੁਸੀਂ ਦੂਰ ਨਹੀਂ ਜਾਣਾ ਚਾਹੁੰਦੇ ਤੇ ਲੋਕਲ ਏਰੀਆ ਜੌਬ ਚਾਹੁੰਦੇ ਤਾਂ ਸ਼ੈਟਲ ਦੇ ਵਿੱਚ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਮੇਰੇ ਨਾਲ ਹੁਣ ਇਸ ਵਕਤ ਸਕਾਈ ਨਿਊਜ਼ ਦੇ ਪੋਲੀਟੀਕਲ ਐਡੀਟਰ ਨੀਲ ਭਲਿੰਦਰ ਸਿੰਘ ਤੇ ਮੇਰੇ ਪੁਰਾਣੇ ਸਹਿਯੋਗੀ ਦੋਸਤ ਮਿੱਤਰ ਦਾ ਸਵਾਗਤ ਕਰਦੇ ਹਾਂ। ਨਾਲ ਦੀ ਨਾਲ ਅਸੀਂ ਸਕਾਈ ਨਿਊਜ਼ ਦੇ ਜਿਹੜੇ ਦਰਸ਼ਕ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸੋ ਨੀਲ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਦਾਨੀਵਾਲ ਸਾਹਿਬ, ਸਾਰੇ ਰੇਡੀਓ ਪੰਜਾਬ ਟੁਡੇ ਸੁਣ ਰਹੇ ਸਰੋਤਿਆਂ ਦਾ ਸਵਾਗਤ ਤੇ ਧੰਨਵਾਦ, ਤੇ ਨਾਲ ਹੀ ਸਕਾਈ ਨਿਊਜ਼ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਜੀ। ਬਹੁਤ ਧੰਨਵਾਦ ਸਾਰਿਆਂ ਦਾ ਜੁੜਨ ਵਾਸਤੇ ਜੀ। ਇੱਕ ਗਾਣਾ ਵੀ ਹੈ ਤੇ ਕਹਾਵਤ ਵੀ ਹੈ, ਕਹਿੰਦਾ ਸਾਰੀ ਤੇਰੀ ਹਮ ਲਾਝੇਦਾਰਾ, ਗਰੀਬ ਜੱਟ ਦਾ ਉਜਰ ਨਾ ਕੋਈ। ਸੋ ਗੱਲ ਕਰਦੇ ਹਾਂ ਦਿੱਲੀ ਤੇ ਪੰਜਾਬ ਦੇ ਵਿੱਚ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਅਸਲ ਦੇ ਵਿੱਚ ਕੀ ਹੈ, ਕਿਉਂਕਿ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ ਕੇਜਰੀਵਾਲ ਸਾਹਿਬ ਨੇ ਪੰਜਾਬ ਦੇ ਅਫਸਰ ਸੱਦ ਲਏ ਸੀ ਤੇ ਬੜਾ ਹੌਲਾ ਰੌਲਾ ਪਿਆ ਸੀ, ਤੇ ਹੁਣ ਇਹਦਾ ਕੁਛ ਇੱਕ ਸਫਾ ਜਿਹਾ ਮਿਲਿਆ। ਅਸਲ ਕੀ ਚੀਜ਼ ਹੈ, ਕੀ ਫਾਇਦਾ, ਕੀ ਨੁਕਸਾਨ? ਦੇਖੋ, ਇਸ ਗੱਲ ਦੇ ਕਿਆਸ ਤਾਂ ਪਹਿਲਾਂ ਤੋਂ ਹੀ ਲਗਾਏ ਜਾ ਰਹੇ ਸੀ ਕਿ ਸਰਕਾਰ ਜਿਹੜੀ ਹੈ ਇਹ ਕੇਜਰੀਵਾਲ ਜਿਹੜੇ ਨੇ ਉਹ ਆਪਣੇ ਅੰਦਰ ਹੀ ਚਲਾਉਣਗੇ ਜੀ, ਕਿਉਂਕਿ ਕੇਜਰੀਵਾਲ ਦੀ ਜਿਹੜੀ ਉਹਨਾਂ ਦੀ ਫਿਤਰਤ ਹੈ ਜਾਂ ਉਹਨਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਸਟਾਈਲ ਆਫ ਵਰਕਿੰਗ ਹੈ, ਉਹ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਉਹ ਭਾਵੇਂ ਪਾਰਟੀ ਦੇ ਅੰਦਰ ਹੋਣ ਭਾਵੇਂ ਸਰਕਾਰ 'ਚ ਹੋਣ, ਤਾਂ ਉਹਨਾਂ ਨੂੰ ਜਿੱਥੇ ਵੀ ਲੱਗਿਆ ਕਿ ਕੋਈ ਉਹਨਾਂ ਦੇ ਰਸਤੇ ਚੜਿੱਕਾ ਬਣ ਸਕਦਾ, ਜਾਂ ਤਾਂ ਉਹ ਸੰਜੇ ਸਿੰਘ ਵਾਂਗੂ ਐਡਜਸਟ ਕਰ ਦਿੱਤਾ ਗਿਆ ਜਾਂ ਸੁੱਚਾ ਸਿੰਘ ਛੋਟੇਪੁਰ ਵਾਂਗੂ ਬਾਹਰ ਕਰ ਦਿੱਤਾ ਗਿਆ। ਸੋ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਕਿ ਸਰਕਾਰ ਨੂੰ ਆਪਣੇ ਹੱਥ 'ਚ ਹੀ ਰੱਖਣਾ ਚਾਹੁੰਦੇ ਨੇ। ਹਾਂ, ਇਹ ਆਪਾਂ ਕਹਿ ਸਕਦੇ ਹਾਂ ਦਾਨੀਵਾਲ ਸਾਹਿਬ ਕਿ ਪਿਛਲੇ ਇੱਕ ਸਵਾ ਮਹੀਨੇ ਦਾ ਜੋ ਪ੍ਰਤੀਕਰਮ, ਜੋ ਰਿਐਕਸ਼ਨਸ ਇਸ ਸਰਕਾਰ ਦੇ ਕੰਮਾਂ ਦੇ ਉੱਤੇ ਆਏ ਨੇ, ਇਹ ਸ਼ਾਇਦ ਉਹਨਾਂ ਦਾ ਹੀ ਦਬਾਅ ਸੀ ਕਿ ਇਹ ਇੱਕ ਕਾਨੂੰਨੀ ਜਿਹਾ ਕਹਿ ਲਓ ਜਾਂ ਇੱਕ ਫਾਰਮਲ ਜਿਹਾ ਕਹਿ ਲਓ, ਇਹ ਇੱਕ ਰਾਹ ਲੱਭਿਆ ਗਿਆ ਹੈ ਕਿ ਸਰਕਾਰ ਨੂੰ ਦਿੱਲੀ ਤੋਂ ਚਲਾਉਣ ਦਾ ਇੱਕ ਜ਼ਰੀਆ ਬਣਾਇਆ ਜਾਵੇ। ਜਦੋਂ ਕਿਸੇ ਮੀਡੀਆ ਡਿਬੇਟਸ ਦੇ ਵਿੱਚ ਜਾਂ ਕਿਤੇ ਦੂਜੀ ਸਟੇਟ 'ਚ ਜਾ ਕੇ ਚੋਣ ਪ੍ਰਚਾਰ ਕਰਦੇ ਹੋਏ ਜਾਂ ਫਿਰ ਕੋਈ ਪ੍ਰੈਸ ਕਾਨਫਰੰਸ 'ਚ ਗੱਲ ਕਰਦੇ ਹੋਏ ਜਾਂ ਕੱਲ ਨੂੰ ਕੋਰਟ 'ਚ ਅਗਰ ਕੋਈ ਗੱਲ ਜਾਂਦੀ ਹੈ, ਕਿਉਂਕਿ ਕਨਸਟੀਟਿਊਸ਼ਨਲ ਮੈਟਰ ਹੁੰਦਾ ਹੈ, ਹਰੇਕ ਮੰਤਰੀ ਨੇ ਸਣੇ ਮੁੱਖ ਮੰਤਰੀ ਪੰਜਾਬ ਦੇ ਉਹਨੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ ਹੁੰਦੀ ਹੈ। ਬਿਲਕੁਲ ਉਸ ਦਾ ਇੱਕ ਜ਼ਰੀਆ ਲੱਭਿਆ ਗਿਆ ਕਿ ਬਟ ਕੁੱਲ ਮਿਲਾ ਕੇ ਜੇਕਰ ਠੇਠ ਪੰਜਾਬੀ 'ਚ ਗੱਲ ਕਰਨੀ ਹੋਵੇ ਤਾਂ ਸਰਕਾਰ ਦਿੱਲੀ ਤੋਂ ਹੀ ਚੱਲ ਰਹੀ ਸੀ ਤੇ ਦਿੱਲੀ ਨੇ ਨਹੀਂ ਚਲਾਉਣੀ ਹੈ ਜੀ, ਤੇ ਉਹ ਚਲਾਉਣ ਦਾ ਇੱਕ ਤਰੀਕਾਕਾਰ ਜਿਹੜਾ ਹੈ ਉਹ ਬਣਾਇਆ ਗਿਆ ਹੈ। ਜੇ ਆਪਾਂ ਇੱਕ ਇਸ 'ਚ ਕੋਈ ਮੀਨ ਮੇਖ ਨਾ ਕੱਢਦੇ ਹੋਏ ਇਹਦੀ ਪਰਿਭਾਸ਼ਾ ਸਮਝਣੀ ਹੋਏ, ਇਸ ਨੂੰ ਪਰਿਭਾਸ਼ਿਤ ਕਰਨਾ ਹੋਏ ਕਿ ਹੋਇਆ ਕੀ ਹੈ, ਬੇਸਿਕਲੀ ਤਾਂ ਇਹ ਹੋਇਆ ਜੀ। ਇਹਦੇ ਵਿੱਚ ਇੱਕ ਬੜੀ ਹੋਰ ਇੰਟਰਸਟਿੰਗ ਗੱਲ ਆ, ਮੈਨੂੰ ਹੁਣੇ ਹੀ ਜਦੋਂ ਮੈਂ ਗੱਲ ਕਰ ਰਿਹਾ ਸੀਗਾ ਕਿ ਤੁਹਾਡੇ ਨਾਲ ਗੱਲ ਹੋਏਗੀ, ਇੱਕ ਬੜੇ ਸੀਨੀਅਰ ਅਧਿਕਾਰੀ ਦਾ ਫੋਨ ਆਇਆ ਮੈਨੂੰ ਜੀ। ਉਹ ਕਹਿੰਦੇ ਜੀ এনवायरमेंट ਦੇ ਜੇਕਰ ਐ ਗੱਲ ਨਾਲ ਹੋਈ ਹੈ ਤਾਂ ਕਹਿੰਦੇ ਪਰਾਲੀ ਦਾ ਰੌਲਾ ਪੈਂਦਾ। ਤੁਹਾਨੂੰ ਵੀ ਪਤਾ ਵੀ ਚੱਡਾ ਸਾਹਿਬ ਵੀ ਕਹਿੰਦੇ ਸੀ ਪੰਜਾਬ ਕੀ ਪਰਾਲੀ ਕਾ यहाँ ਪ੍ਰਦੂਸ਼ਣ ਹੋਤਾ ਹੈ, ਤੇ ਜੇ ਕੱਲ ਨੂੰ ਕੋਰਟ 'ਚ ਜਾਂਦੇ ਤਾਂ ਇਹਨਾਂ ਕੋਲੇ ਤਮਾਮ ਜਿਹੜੇ ਨੇ ਡੇਟਾ ਜਿਹੜਾ ਹੋਏਗਾ ਪੰਜਾਬ ਦਾ ਉਪਲਬਧ ਹੋਏਗਾ ਜੀ, ਤੇ ਫਿਰ ਪੰਜਾਬ ਜਿਹੜਾ ਹੈ ਜਾਂ ਪੰਜਾਬ ਦੇ ਅਧਿਕਾਰੀ ਨੇ ਉਹ ਕਿਵੇਂ ਕੋਰਟਾਂ ਦੇ ਵਿੱਚ ਸਟੈਂਡ ਕਰਨਗੇ ਜੀ? ਬਿਲਕੁਲ, ਇਹ ਇੱਕ ਮਿਸਾਲ ਤੁਸੀਂ ਲੈ ਰਹੇ ਹੋ, ਪਰ ਕਨਫਲਿਕਟ ਆਫ ਇੰਟਰਸਟ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ। ਪਿਛਲੇ 5, 7, 8, 9 ਸਾਲਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ, ਸ਼ਿਮਲਾ ਹਾਈ ਕੋਰਟ ਦੇ ਵਿੱਚ ਪਹਿਲਾਂ ਫੈਸਲਾ ਆ ਚੁੱਕਾ ਸੀਗਾ। ਜਿਹੜੇ ਚੀਫ ਪਾਰਲੀਮਾਨੀ ਸਕੱਤਰ ਹੁੰਦੇ ਨੇ, ਮੁੱਖ ਸੰਸਦੀ ਸਕੱਤਰ ਜੀ, ਉਹਨਾਂ ਨੂੰ ਗੈਰ ਸੰਵਿਧਾਨਕ ਸ਼ਿਮਲਾ ਹਾਈ ਕੋਰਟ ਨੇ ਕਰਾਰ ਦੇ ਦਿੱਤਾ ਸੀ। ਦੂਜੀ ਵਾਰੀ ਆਈ ਸੀ ਹਰਿਆਣੇ ਦੇ ਜਿਹੜੇ ਚੀਫ ਪਾਰਲੀਮਾਨੀ ਸਕੱਤਰ ਸੀ, ਉਹਨਾਂ ਦੇ ਮਾਮਲੇ 'ਚ ਵੀ ਅਦਾਲਤ 'ਚ ਗਈ ਗੱਲ, ਅਦਾਲਤ ਨੇ ਗੈਰ ਕਾਨੂੰਨੀ ਕਰਾਰ ਦਿੱਤਾ। ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜਾ ਹੈ ਕੇਸ ਅਦਾਲਤ 'ਚ ਫੈਸਲਾ ਕੁਨ ਹੋਇਆ, ਤਾਂ ਉੱਥੋਂ ਵੀ ਫੈਸਲਾ ਇਹੀ ਆਇਆ ਕਿ ਗੈਰ ਕਾਨੂੰਨੀ ਨੇ ਅਹੁਦੇ, ਇਹ ਗੈਰ ਸੰਵਿਧਾਨਕ ਨੇ, ਤੇ ਉਹਦਾ ਆਧਾਰ ਇਹ ਸੀ ਕਿ ਇੱਕ ਮੰਤਰੀ ਨੇ ਅਹੁਦੇ ਦਾ ਭੇਦ ਰੱਖਣ ਦੀ, ਗੁਪਤ ਰੱਖਣ ਦੀ ਸਹੁੰ ਖਾਧੀ ਹੈ, ਤੇ ਜਦੋਂ ਉਹ ਫਾਈਲ ਨੂੰ CPS ਜੋ ਕਿ ਗੈਰ ਸੰਵਿਧਾਨਕ ਪੋਸਟ ਹੈ, ਜਦੋਂ ਉਸ ਨਾਲ ਉਹ ਸਾਂਝੀ ਕਰਦਾ ਹੈ ਤਾਂ ਉਹ ਸਹੁੰ ਟੁੱਟਦੀ ਹੈ। ਉਹ ਸਹੁੰ ਟੁੱਟਣ ਦੇ ਪਿੱਛੇ ਜਿਹੜੀ ਸਪਿਰਿਟ ਹੈ, ਭਾਵਨਾ ਹੈ, ਗਵਰਨੈਂਸ ਦੀ ਸਪਿਰਿਟ ਹੈ, ਉਹ ਇਹ ਹੈ ਕਿ ਉੱਥੇ ਉਸ ਮੰਤਰੀ ਨੂੰ ਹੀ ਪਤਾ ਹੈ
ਕਿ ਇਹ ਜੋ ਫੈਸਲਾ ਲਿਆ ਗਿਆ ਹੈ ਤਾਂ ਇਹਦੇ ਕੀ ਇਨ ਨੇ ਕੀ ਆਊਟ ਨੇ ਜੀ, ਇਹਦੇ ਕੀ ਕਮੀਆਂ ਨੇ, ਇਹਦੇ 'ਚ ਕੀ ਫਾਇਦੇ ਨੇ, ਇਹਦੇ 'ਚ ਸਟੇਟ ਦੀ ਭਲਾਈ ਕਿੱਥੇ ਲੁਕੀ ਹੋਈ ਹੈ, ਲੋਕਾਂ ਦੀ ਭਲਾਈ ਕਿੱਥੇ ਲੁਕੀ ਹੋਈ ਹੈ, ਜੇਕਰ ਇਸ ਨਾਲ ਕੋਈ ਡੈਮੇਜ ਹੁੰਦਾ ਹੈ ਤਾਂ ਉਸ ਨੂੰ ਕੰਪਨਸੇਟ ਕਿਵੇਂ ਕਰਨਾ, ਇਹ ਬਾਰੀਕੀਆਂ ਉਸ 'ਚ ਛੁਪੀਆਂ ਹੋਈਆਂ ਨੇ। ਜੇਕਰ ਇਹ ਬਾਹਰ ਜਾਂਦੀਆਂ ਨੇ ਤਾਂ ਉਹ ਮੰਤਰੀ ਤਾਂ ਕਿਉਂਕਿ ਅਕਾਊਂਟੇਬਲ ਹੈ, ਕੱਲ ਨੂੰ ਉਹ ਫੈਸਲਾ ਪੁੱਠਾ ਪੈਂਦਾ ਹੈ। ਤੁਹਾਡਾ ਜਵਾਕ 100 ਰੁਪਏ ਲੈ ਕੇ ਘਰ ਤੋਂ ਬਾਹਰ ਗਿਆ ਸਮਾਨ ਲੈਣ, ਜੇਕਰ ਉਹ ਸਮਾਨ ਦੇ ਵਿੱਚ ਕਮੀ ਹੈ, ਮਹਿੰਗਾ ਲੱਗਿਆ ਸਸਤਾ ਲੱਗਿਆ ਤਾਂ ਉਹ ਜ਼ਿੰਮੇਵਾਰ ਹੈ ਜੀ। ਜੇਕਰ ਉਸ ਨਾਲ ਇੱਕ ਬੰਦਾ ਹੋਰ ਤੋੜ ਦਿੱਤਾ ਤੇ ਦੋਵਾਂ ਨੂੰ ਕਿਹਾ ਕਿ ਆ 100 ਰੁਪਏ ਦੇ ਜ਼ਿੰਮੇਵਾਰ ਤੁਸੀਂ ਹੋ, ਤਾਂ ਉਹ ਦੋਵਾਂ ਦੇ ਬਿਆਨ ਜਿਹੜੇ ਨੇ ਜਿਹਨੂੰ ਤਾਂ ਵੱਡੇ ਹੋਣ ਦੇ ਨਾਤੇ ਬਾਲਗ ਹੋਣ ਦੇ ਨਾਤੇ ਦਿੱਤੇ ਨੇ, ਜ਼ਿੰਮੇਵਾਰ ਤਾਂ ਉਹ ਹੈ। ਪਰ ਜੇਕਰ ਉਹ ਕਹਿ ਦਿੰਦਾ ਕਿ ਛੋਟਾ ਤਾਂ ਮਾਈਨਰ ਸੀਗਾ, ਨਾਬਾਲਗ ਸੀਗਾ, ਉਸ ਤੋਂ ਵਸਤੂ ਮਹਿੰਗੀ ਖਰੀਦੀ ਗਈ ਆ, ਉਸ ਤੋਂ 100 ਰੁਪਏ ਨਾਲ ਜਸਟੀਫਿਕੇਸ਼ਨ ਨਹੀਂ ਕੀਤੀ ਗਈ ਸਮਾਨ ਖਰੀਦਣ ਲੱਗਿਆ, ਤਾਂ ਤੁਸੀਂ ਉੱਥੇ ਫਸ ਜਾਓਗੇ ਜੀ। ਕਿ ਇਸ ਲਈ ਅਕਾਊਂਟੇਬਿਲਟੀ ਕਿਹਦੀ ਹੈ, ਜ਼ਿੰਮੇਵਾਰੀ ਕਿਹਦੀ ਹੈ। ਸੋ ਇਹ ਇੱਕ ਮਸਲਾ, ਛੋਟੀ ਜਿਹੀ ਐਗਜ਼ਾਮਪਲ ਸੀ ਜਿਹੜੀ ਮਿਲ ਕੇ ਆਮ ਬੰਦੇ ਨੂੰ ਸੌਖਿਆਂ ਸਮਝ ਆ ਜਾਂਦੀ ਹੈ ਜੀ। ਇਸ ਕਰਕੇ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੋ ਜਾਂਦੀਆਂ ਨੇ। ਜਦੋਂ ਇੱਕ ਸਰਕਾਰ ਚੱਲਦੀ ਹੈ, ਸਰਕਾਰ ਦਾ ਬੰਨਣ ਬਣਦਾ ਹੈ, ਤਾਂ ਉਸ ਦੇ ਵਿੱਚ ਸਾਰਾ ਕੁਝ ਉੱਥੇ ਅਕਾਊਂਟੇਬਿਲਟੀ ਤੈਅ ਕੀਤੀ ਜਾਂਦੀ ਹੈ ਕਿ ਤੁਸੀਂ ਹੁਣ ਮੁੱਖ ਸੇਵਾਦਾਰ ਹੋ ਤੇ ਤੁਸੀਂ ਇਹਨਾਂ ਚੀਜ਼ਾਂ ਦੇ ਲਈ ਜ਼ਿੰਮੇਵਾਰ ਹੋ। ਤੁਸੀਂ ਅਗਰ ਚੰਗਾ ਕਰੋਗੇ ਤਾਂ ਤੁਹਾਨੂੰ ਵਡਿਆਈ ਸ਼ਾਇਦ ਮਿਲ ਜੇ, ਪਰ ਮਾੜਾ ਕਰੋਗੇ ਤਾਂ ਤੁਸੀਂ ਹੀ ਦਾਇਰੇ ਚ ਆਓਗੇ ਜੀ। ਸੋ ਇਹ ਇੰਨੇ ਸਾਰੇ ਭੇਤ ਜਦੋਂ ਸੀਪੀਐਸ ਜਿਹੜੇ ਕਿ ਸਰਕਾਰ ਨੇ ਆਪਣੇ ਹੀ ਬਣਾਏ ਸੀ, ਸੂਬੇ ਦੇ ਹੀ ਬਣਾਏ ਸੀ, ਸੂਬੇ ਦੇ ਹੀ ਐਮਐਲਏ ਸੀ, ਉਹ ਵੀ ਪਰ ਫਿਰ ਵੀ ਉੱਥੇ ਦਿੱਤੇ। ਬਿਲਕੁਲ ਜੀ 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 ਜੀ, ਕਿਉਂਕਿ ਉਹਨਾਂ ਦੇ ਤਾਂ ਫਿਰ ਵੀ ਉਹਨਾਂ ਨੇ ਵੀ ਤਾਂ ਸਹੁੰ ਚੱਕੀ ਸੀ, ਪਰ ਜਿਹੜੀ ਮੰਤਰੀ ਦੀ ਸਹੁੰ ਆ ਇੱਕ ਅਲੱਗ ਸਹੁੰ ਹੁੰਦੀ ਹੈ। ਉਹ ਤਾਂ ਦੇਖੋ ਕਨਸਟੀਟਿਊਸ਼ਨ ਦੀ ਸਹੁੰ ਹੈ, ਉਹਦਾ ਲੋਕਤੰਤਰ ਦੇ ਉਸ ਸਰਵੋਤਮ ਪੋਸਟ ਦੀ ਅਹੁਦੇ ਦੀ ਸਹੁੰ ਹੈ, ਜਿਸ ਦੇ ਉੱਤੇ ਸਾਰਾ ਦਾਰੋਮਦਾਰ ਹੈ, ਜਿਸ ਦੇ ਉੱਤੇ ਸਟੇਟ ਨੇ ਅੱਗੇ ਵਧਣਾ ਹੈ। ਉੱਥੇ ਤਾਂ ਦੇਖੋ ਉਹ ਤਾਂ ਗੱਲੇ ਦੀ ਉਹ ਚਾਬੀ ਹੈ ਕਿ ਜਿਹੜੀ ਜੇਕਰ ਕਿਸੇ ਦੇ ਹੱਥ ਲੱਗ ਗਈ ਤਾਂ ਉਹ ਮੁਨਸ਼ੀ ਦੇ ਹੱਥ ਜਿੰਨਾ ਚਿਰ ਹੈਗੀ ਹੈ ਤਾਂ ਉਹਦਾ ਜ਼ਿੰਮੇਵਾਰੀ ਮੁਨਸ਼ੀ ਦੀ ਹੈ। ਜਦੋਂ ਕਿਸੇ ਹੋਰ ਦੇ ਹੱਥ ਲੱਗੀ ਤਾਂ ਭਾਨ ਨਹੀਂ ਨਾ ਗਿਣੀ ਜਾ ਸਕਦੀ ਕਿ ਕਿੰਨੀ ਸੀ ਕਿੰਨੀ। ਬਿਲਕੁਲ ਬਿਲਕੁਲ ਬਿਲਕੁਲ। ਸੋ ਇਹ ਸਪਸ਼ਟ ਹੈ ਜੀ। ਅੱਛਾ ਇੱਕ ਜੀ ਦੱਸੋ, ਇਹਦੇ ਵਿੱਚ ਹੁਣ ਸਪਸ਼ਟ ਤੌਰ ਦੇ ਉੱਤੇ ਪਹਿਲਾਂ ਤਾਂ ਗੱਲਾਂ ਕਰਦੇ ਸੀ ਕਿ ਜੇ ਕੱਲ ਨੂੰ ਇਹੋ ਜਿਹੀ ਗੱਲ ਹੁੰਦੀ ਹੈ, ਹੁਣ ਸਿੱਧੀ ਮੈਂ ਗੱਲ ਕਹਿੰਦਾ ਕਿ ਸਿੱਧੇ ਤੌਰ ਦੇ ਉੱਤੇ ਇਸ ਬਹਾਨੇ ਦੇ ਤਹਿਤ ਉੱਥੇ ਮੰਤਰੀਆਂ ਦੇ ਨਾਲ ਗੱਲਾਂ ਬਾਤਾਂ ਤੇ ਕਹਿੰਦੇ ਜੀ ਅਸੀਂ ਕਾਲ ਵੀ ਕਰ ਸਕਦੇ, ਸਾਡੇ ਜਾਣਗੇ ਵੀ ਤੇ ਆਉਣਗੇ, ਜੇ ਉਧਰੋਂ ਆਉਣਗੇ ਤਾਂ ਤੁਹਾਨੂੰ ਡਿਕਟੇਟ ਕਰਨਗੇ, ਇਧਰੋਂ ਸੱਦੋਗੇ ਤਾਂ ਤੁਸੀਂ ਡਿਕਟੇਸ਼ਨ ਲੈਣ ਜਾਓਗੇ। ਇਹ ਸਪਸ਼ਟ ਹੈ। ਹੁਣ ਜਦੋਂ ਡਿਕਟੇਸ਼ਨ ਲੈਣੀ ਹੈ ਜਾਂ ਤੁਹਾਨੂੰ ਜਦੋਂ ਕੋਈ ਡਿਕਟੇਟ ਕਰਨ ਵਾਲਾ ਆਉਂਦਾ, ਨੋ ਡਾਊਟ ਕਿ ਇੱਕ ਚੀਜ਼ ਕਲੀਅਰ ਹੈ ਕਿ ਕੇਜਰੀਵਾਲ ਬੜੇ ਲਿਮਟਿਡ ਜਿਹੇ ਅਫਸਰ ਉੱਥੋਂ ਭੇਜ ਸਕਦੇ ਆ। ਇੱਥੇ ਬਾਹਰਲੇ ਪਤਾ ਚੱਲਿਆ ਕਿ ਕੇਰਲਾ ਤੋਂ ਵੀ ਕੁਝ ਭੇਜੇ ਜਾ ਰਹੇ ਨੇ, ਇਹਨਾਂ ਦੇ ਆਪਦੇ ਸਹਿਯੋਗੀ ਭੇਜੇ ਜਾ ਰਹੇ ਆ। ਇਹ ਵੀ ਚਰਚਾਵਾਂ ਹੋ ਗਈਆਂ ਕਿ ਮੰਤਰੀਆਂ ਨੂੰ ਪਤਾ ਹੀ ਨਹੀਂ ਸਾਡੇ ਮਹਿਕਮੇ ਦੇ ਵਿੱਚ ਤਬਾਦਲੇ ਕੌਣ ਕਰ ਰਿਹਾ। ਉਹ ਤਾਂ ਖੇਤਾਂ 'ਚ ਹੀ ਤੁਰੇ ਫਿਰਦੇ ਨੇ, ਉਹ ਤਾਂ ਰੇਡਾਂ ਮਾਰਦੇ ਫਿਰਦੇ ਨੇ। ਤੇ ਦੇਖੋ ਵਿੱਤ ਮੰਤਰੀ ਉਹਦਾ ਸ਼ਰਾਬ ਪੀਂਦੇ ਥਾਣੇਦਾਰਾਂ ਨੂੰ ਫੜਦੇ ਫਿਰਦੇ ਨੇ ਰਾਤ ਨੂੰ ਜੀ। ਤੇ ਪਰ ਵਿੱਤ ਮੰਤਰੀ ਸਾਹਿਬ ਜਿਹੜੇ ਨੇ ਉਹ ਜਿਨ੍ਹਾਂ ਨੇ ਮਈ ਦੇ ਹੁਣ ਦਿਨ ਥੋੜੇ ਰਹਿ ਗਏ, ਉਹਨਾਂ ਨੇ ਕੀ ਕਹਿੰਦੇ ਆਪਣਾ ਕਰਨਾ ਬਜਟ ਪੇਸ਼ ਕਰਨਾ, ਤੇ ਉਹ ਆਪਦੇ ਹਜੇ ਦਫ਼ਤਰ ਨਹੀਂ ਬੈਠਣ ਲੱਗੇ, ਉਹ ਮਾਰਕਫੈੱਡ ਦੇ ਦਫ਼ਤਰ ਦੇ ਵਿੱਚ ਜਾ ਵੜਦੇ ਨੇ। ਇੱਕੋ ਹੀ ਕੰਮ ਹੈ ਜੀ, ਉੱਥੇ ਬਦਲੀਆਂ ਦੀਆਂ ਪਰਚੀਆਂ ਲਈ ਜਾਂਦੇ, ਬਦਲੀਆਂ ਉਹਨਾਂ ਦੇ ਅੱਖੇ ਪਤਾ ਨਹੀਂ ਹੋਣੀਆਂ ਕਿ ਨਹੀਂ ਹੋਣੀਆਂ। ਆਪਦਾ ਦਫ਼ਤਰ ਉਹਨਾਂ ਦਾ ਹਜੇ ਤੱਕ ਤਿਆਰ ਨਹੀਂ ਹੋਇਆ। ਸੰਬੰਧਿਤ ਮਹਿਕਮਿਆਂ ਦੇ ਕਿਸੇ ਨਾਲ ਉਹਨਾਂ ਨੇ ਅਫਸਰਾਂ ਨਾਲ ਮੀਟਿੰਗ ਨਹੀਂ ਕੀਤੀ ਵੀ ਫਾਈਨੈਂਸ ਨਾਲ ਜਿਹੜੇ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਵੱਡੇ ਵੱਡੇ ਟੋਪ ਟਰੰਕ ਬੈਠੇ ਨੇ ਜਿਨ੍ਹਾਂ ਦੇ ਰੱਬ ਜਿੱਡੇ ਜਿੱਡੇ ਦਿਮਾਗ ਨੇ, ਉਹਨਾਂ ਦੇ ਨਾਲ ਉਹਨਾਂ ਨੇ ਗੱਲ ਨਹੀਂ ਕੀਤੀ ਵੀ ਹਜੇ ਭਾਈ ਇਹ ਕਿਵੇਂ ਚਲਾਉਣਾ ਸੂਬੇ ਦੇ ਵਿੱਚ। ਐਕਸਾਈਜ਼ ਮਹਿਕਮਾ ਉਹਨਾਂ ਕੋਲੇ ਕੀ ਐਕਸਾਈਜ਼ ਪਾਲਿਸੀ ਬਣਾਉਣੀ ਹੈ, ਤੁਸੀਂ ਅੱਗੇ ਵਧਾਤੀ, ਕਿੱਥੋਂ ਰੈਵਨਿਊ ਆਉਣਾ, ਕੀ ਕਰਨਾ। ਜੰਪਾ ਜੀ ਜਿਹੜੇ ਨੇ ਉਹ ਮਾਲ ਮੰਤਰੀ ਨੇ, ਉਹ ਅੱਡ ਅਫਸਰਾਂ ਨਾਲ ਲੜਦੇ ਫਿਰਦੇ ਆ, ਉਹਨਾਂ ਦੇ ਨਾਲ ਕੀ ਕਹਿੰਦੇ ਆ ਗਰਾਰੀਆਂ ਫਸ ਰਹੀਆਂ ਨੇ। ਦੇਖੋ ਦਾਨੀਵਾਲ ਸਾਹਿਬ, ਪਹਿਲੀ ਗੱਲ ਤਾਂ ਹੁਣ ਜਦੋਂ ਅਸੀਂ ਦੋ ਪੱਤਰਕਾਰ ਆਪਸ 'ਚ ਵਿਸ਼ਲੇਸ਼ਣ ਕਰ ਰਹੇ ਹਾਂ ਇਸ ਗੱਲ ਦਾ, ਜਿਹੜਾ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ ਹੈ ਹੋਈ ਹੈ ਦਿੱਲੀ ਗਵਰਨਮੈਂਟ ਨਾਲ ਪੰਜਾਬ ਗਵਰਨਮੈਂਟ ਦੀ, ਤਾਂ ਅਸੀਂ ਘੱਟੋ ਘੱਟ ਤੇ ਆਪਣੀ ਗੱਲ ਨੂੰ ਉੱਥੋਂ ਸ਼ੁਰੂ ਕਰੀਏ ਕਿ ਅਸਲੀਅਤ ਸਾਹਮਣੇ ਆਵੇ, ਅਸਲੀਅਤ ਸਾਡੇ ਸਾਹਮਣੇ ਪਈ ਹੋਵੇ। ਇਹ ਸੱਚ ਹੈ। ਸੱਚ ਇਹ ਹੈ ਕਿ ਜੋ ਨਵੀਂ ਸਰਕਾਰ ਦਾ ਗਠਨ ਹੋਇਆ ਹੈ, ਉਹ ਗਠਨ ਹੋਣ ਤੋਂ ਬਾਅਦ ਉਹ ਸਰਕਾਰ ਦੀ ਤਰ੍ਹਾਂ ਨਹੀਂ ਚੱਲ ਰਹੀ, ਪਹਿਲਾ ਸੱਚ। ਦੂਜਾ ਸੱਚ ਇਹ ਹੈ ਕਿ ਭਗਵੰਤ ਮਾਨ ਸਾਹਿਬ ਸਣੇ ਉਹਨਾਂ ਦੀ ਪੂਰੀ ਟੀਮ ਕੋਲ ਸਰਕਾਰ ਚਲਾਉਣ ਦਾ ਜਾਂ ਸ਼ਾਸਨ ਚਲਾਉਣ ਦਾ ਤਜਰਬਾ ਨਹੀਂ। ਦੂਜਾ ਸੱਚ ਇਹ ਕੋਈ ਕਿਸੇ ਵੈਰ ਵਿਰੋਧ ਜਾਂ ਕਿਸੇ ਇਸ ਮਿੱਥ ਕੇ ਕੀਤੀ ਗਈ ਗੱਲ ਨਹੀਂ, ਇਹ ਪ੍ਰਤੱਖ ਦਿਸਦੇ ਸੱਚ ਨੇ ਜੀ। ਨੰਬਰ 3 ਕਿ ਸ਼ੁਰੂ ਤੋਂ ਹੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਯੂਨਿਟ ਜਿਹੜੀ ਹੈ ਉਹ ਉਸ ਤਰ੍ਹਾਂ ਹਾਈ ਕਮਾਨ ਦੇ ਥੱਲੇ ਨਹੀਂ ਜਿਸ ਤਰ੍ਹਾਂ ਕਿ ਕਾਂਗਰਸ ਜਾਂ ਭਾਰਤੀ ਜਨਤਾ ਪਾਰਟੀ ਦੀਆਂ ਯੂਨਿਟਾਂ ਨੇ। ਉਹ ਬਿਲਕੁਲ ਹੀ ਉੱਥੋਂ ਦੇ ਇੱਕ ਤਰ੍ਹਾਂ ਨਾਲ ਹੋਮਵਰਕ ਚੈੱਕ ਕਰਾ ਕੇ ਆਉਣ ਵਾਲੀ ਉਹ ਉਸ ਪੱਧਰ ਦੀ ਯੂਨਿਟ ਹੈ ਪੰਜਾਬ ਦੀ ਜੀ।
ਜਿਨੇ ਵੀ ਜਿਹੜਾ ਹੈ ਸਿਰ ਚੁੱਕਿਆ ਉਹਨੂੰ ਬਾਹਰ ਜਾਣਾ ਪਿਆ ਆਮ ਆਦਮੀ ਪਾਰਟੀ ਚੋਂ। ਸੋ ਇਹ ਚੀਜ਼ਾਂ, ਇਹ ਸੱਚ ਸਾਹਮਣੇ ਰੱਖ ਕੇ ਦੇਖੋ, ਇਸ ਗੱਲ ਨੂੰ ਜੇਕਰ ਅਸੀਂ ਨਹੀਂ ਮੰਨ ਕੇ ਚੱਲਾਂਗੇ ਫਿਰ ਆਪਾਂ ਇੱਥੇ ਹੀ ਫਸੇ ਰਹਾਂਗੇ ਤੇ ਫਿਰ ਅਸੀਂ ਉਸ ਜਾਲ 'ਚ ਫਸ ਗਏ ਜੋ ਸ਼ਾਇਦ ਕੇਜਰੀਵਾਲ ਸਾਹਿਬ ਨੇ ਬੁਣਿਆ ਹੈ ਜੀ। ਫਿਰ ਅਸੀਂ ਵੀ ਫਸ ਗਏ। ਉਹ ਆਮ ਆਦਮੀ ਦੇ ਪ੍ਰਸ਼ੰਸਕ ਉਸ 'ਚ ਫਸ ਸਕਦੇ ਨੇ, ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬਾਨ ਫਸ ਸਕਦੇ ਨੇ, ਮੁੱਖ ਮੰਤਰੀ ਸਾਹਿਬ ਫਸ ਸਕਦੇ ਨੇ, ਆਮ ਆਦਮੀ ਪਾਰਟੀ ਦੇ ਚੁਣੇ ਹੋਏ 92 MLA ਫਸ ਸਕਦੇ ਨੇ। ਅਸੀਂ ਸਾਡਾ ਫਸਣਾ ਮੇਰੇ ਖਿਆਲ ਚ ਸਾਡੇ ਪ੍ਰੋਫੈਸ਼ਨ ਨਾਲ ਫਿਰ ਜਸਟੀਫਿਕੇਸ਼ਨ ਨਹੀਂ ਹੋਏਗੀ। ਨਹੀਂ, ਬਿਲਕੁਲ ਜਿਵੇਂ ਤੁਸੀਂ ਗੱਲ ਕੀ ਹੈ ਕਿ ਫਸਣ ਦੀ ਗੱਲ ਤੁਸੀਂ ਗੱਲ ਕੀਤੀ ਹੈ, ਇੱਥੇ ਆਪਾਂ ਕਿਹਾ ਸੀਗਾ ਕਿ ਪੰਜਾਬ ਨਾਲ ਸੰਬੰਧਿਤ ਰਾਜ ਸਭਾ ਮੈਂਬਰ ਨਹੀਂ ਗਏ, ਤਾਂ ਇੱਕ ਬੰਦੇ ਨੇ ਮੈਨੂੰ ਟਿੱਪਣੀ ਕਹੀ, ਯਾਰ ਕੀ ਤੁਸੀਂ ਜਿਹੜਾ ਲੁਧਿਆਣੇ ਵਾਲਾ ਇੰਡਸਟਰੀਅਲਿਸਟ ਤੁਸੀਂ ਉਹਨੂੰ ਪੰਜਾਬੀ ਨਹੀਂ ਸਮਝਦੇ? ਮੇਰਾ ਬੜਾ ਰੁੱਖਾ ਬੋਲਿਆ ਮੈਨੂੰ, ਤੇ ਉਹ ਹਰਿਆਣੇ ਜਾ ਕੇ ਕੀ ਬਿਆਨ ਦੇ ਰਿਹਾ ਸੀਗਾ ਕਿ SYL का ਪਾਣੀ ਮਿਲੇਗਾ ਆਪਕੋ। ਦੇਖੋ ਇਹ ਇੱਥੇ ਜਿਹੜੀ ਅਸੀਂ ਥੋੜਾ ਜਿਹਾ ਡੀਰੇਲ ਹੋ ਰਹੇ ਆ। ਜਿਹੜੀ ਗੱਲ ਤੇ ਮੈਂ ਆਉਣਾ ਚਾਹੁੰਦਾ ਹੈ ਕਿ ਇਹ ਸਾਨੂੰ ਆਈਡੀਓਲੋਜੀਕਲੀ ਜਿਹੜੀ ਸਮਝਣੀ ਪੈਣੀ ਹੈ ਕਿ ਕਿਸ ਆਈਡੀਓਲੋਜੀ ਦੇ ਉੱਤੇ ਮਿਸਟਰ ਕੇਜਰੀਵਾਲ ਜਿਹੜੇ ਨੇ ਆਪਣੀ ਪਾਰਟੀ ਨੂੰ ਰਨ ਕਰ ਰਹੇ ਨੇ ਜੀ। ਉੱਥੇ ਵਿਕੇਂਦਰੀਕਰਨ ਨਹੀਂ ਹੈਗਾ ਸ਼ਕਤੀਆਂ ਦਾ, ਉੱਥੇ ਕੇਂਦਰੀਕਰਨ ਹੈ। ਉੱਥੇ ਸ਼ਕਤੀਆਂ ਉੱਥੇ ਹਨ। ਮਤਲਬ ਕਿ ਮੈਂ ਪਹਿਲਾਂ ਕਹਿ ਕੇ ਚੱਲ ਰਿਹਾ ਨਾ, ਅਸੀਂ ਇਹ ਸੱਚ ਨੂੰ ਜਾਂ ਤਾਂ ਸੱਚ ਮੰਨ ਕੇ ਕਹੀਏ ਵੀ ਹਾਂ ਇਹ ਸੱਚ ਹੈ ਜੀ, ਇੱਥੋਂ ਅਸੀਂ ਗੱਲ ਅੱਗੇ ਚਲਾਉਣੀ ਹੈ। ਸੋ ਜਦੋਂ ਇਹ ਚੀਜ਼ ਆਪਾਂ ਕਹਾਂਗੇ ਕਿ ਕੇਂਦਰੀਕਰਨ ਹੈ ਕਿ ਪਾਰਟੀ ਆਪਣੇ ਹੱਥ 'ਚ ਹੈ, ਉਹਦਾ ਵੀ ਚਲੋ ਜਸਟੀਫਿਕੇਸ਼ਨ ਦਿੰਦਾ ਮੈਂ। ਮਿਸਟਰ ਕੇਜਰੀਵਾਲ ਦੀ ਸੋਚਣੀ ਇਹ ਹੈ, ਇਹ ਹੋ ਸਕਦੀ ਹੈ ਕਿ ਬਾਕੀ ਜੋ ਸਾਰੇ ਨੇ ਉਹ ਨੌਸਿੱਖੀਏ ਨੇ ਜੀ, ਜਾਂ ਉਹਨਾਂ ਨੂੰ ਵਰਗਲਾਇਆ ਜਾ ਸਕਦਾ ਹੈ, ਉਹਨਾਂ ਨੂੰ ਮਾਫੀਆ ਜਾਂ ਉਹਨਾਂ ਨੂੰ ਉਹਨਾਂ ਦੇ ਹੀ ਸਪੋਰਟਰ ਜਿਨ੍ਹਾਂ ਦੇ ਬਲਬੂਤੇ ਦੇ ਉੱਤੇ। ਮੈਨੂੰ ਇੱਕ MLA ਸਾਹਿਬ ਦੀ ਗੱਲ ਯਾਦ ਆ ਗਈ, ਉਹਨਾਂ ਨੇ ਕਿਹਾ ਸੀ ਕਿ ਜਦੋਂ ਵੀ ਕੇਜਰੀਵਾਲ ਸਾਹਿਬ ਪੰਜਾਬ 'ਚ ਆ ਕੇ ਗਰੰਟੀ ਦੇ ਕੇ ਜਾਂਦੇ ਸੀ ਤਾਂ ਸਾਨੂੰ ਇੱਕ ਸ਼ਾਮ ਪਹਿਲਾਂ ਜਾਂ 2 ਸ਼ਾਮ ਪਹਿਲਾਂ ਹੁਕਮ ਆ ਜਾਂਦੇ ਸੀ ਦਿੱਲੀ ਤੋਂ ਕਿ ਇੰਨੇ ਫਲੈਕਸ ਜਿਹੜੇ ਨੇ ਇਸ ਗਰੰਟੀ ਦੇ ਆਪਣੇ ਹਲਕੇ ਚ ਲਵਾਣੇ ਨੇ ਤੁਸੀਂ, ਕਿਉਂਕਿ ਟਿਕਟ ਦੇ ਜਿਹੜੇ ਨੇ ਐਸਪੀਰੈਂਟ ਹੋ, ਤੁਸੀਂ ਦਾਅਵੇਦਾਰ ਹੋ। ਤਾਂ ਉਹਨਾਂ ਕੋਲ ਤਾਂ ਪੈਸੇ ਨਹੀਂ ਸੀ ਸਾਰਿਆਂ ਕੋਲ, ਗਿਣੇ ਚੁਣੇ ਲੋਕਾਂ ਕੋਲ ਹੋ ਸਕਦੇ ਨੇ। ਕੁਝ MLA ਨੇ ਜਿਹੜਿਆਂ ਦਾ ਪਿਛੋਕੜ ਜਿਹੜਾ ਸਿਆਸੀ ਪਰਿਵਾਰਾਂ ਚੋਂ ਹੈ, ਲੁਧਿਆਣੇ ਵਾਲੇ ਬਿਜ਼ਨਸਮੈਨ ਦਾ ਵੀ ਤੁਸੀਂ ਨਾਮ ਲਿਆ, ਕੋਈ ਬਿਜ਼ਨਸਮੈਨ ਪਰਿਵਾਰਾਂ ਚੋਂ ਹੋ ਸਕਦੇ ਨੇ। ਬਹੁਤ ਸਾਰੇ ਤਾਂ ਹੇਠਾਂ ਤੋਂ ਉੱਠੇ ਸੀ, ਕਿਸੇ ਦੀ ਮੋਬਾਈਲਾਂ ਦੀ ਦੁਕਾਨ ਸੀ, ਕੋਈ ਪ੍ਰੈਕਟੀਸ਼ਨਰ ਵਕੀਲ ਸੀ ਛੋਟਾ ਮੋਟਾ, ਕੋਈ ਕੁਝ ਸੀ, ਕੋਈ ਮਾਸਟਰ ਸੀ, ਕੋਈ ਚੋਂ ਰਿਟਾਇਰ ਹੋਇਆ ਸੀ। ਸੋ ਇਹ ਜੋ ਸੀ ਕਿ ਇਹ ਚੀਜ਼ਾਂ ਕੇਜਰੀਵਾਲ ਸਾਹਿਬ ਨੂੰ ਲੱਗਦੀਆਂ ਨੇ। ਆਪਾਂ ਜਸਟੀਫਿਕੇਸ਼ਨ ਕਰ ਰਹੇ ਹਾਂ ਕੇਜਰੀਵਾਲ ਸਾਹਿਬ ਆਪਣੇ ਹੱਥ 'ਚ ਹੀ ਤਾਕਤਾਂ ਕਿਉਂ ਰੱਖਦੇ। ਇਹੀ ਕਾਰਨ ਹੋ ਸਕਦਾ ਕਿ ਜਿਹੜੇ ਪੁਰਾਣੇ ਪਹਿਲਾਂ ਦੇ ਚੁਣੇ ਹੋਏ MLA ਸੀ, ਹਾਂ, ਇਹ ਬੰਦੇ ਜਿਹੜੇ ਨੇ ਗਲਤ ਰਾਹ ਤੇ ਪੈ ਸਕਦੇ ਨੇ ਜਾਂ ਗੁੰਮਰਾਹ ਹੋ ਸਕਦੇ ਨੇ, ਉਹ ਇਸ ਕਰਕੇ ਵਿਸ਼ਵਾਸ ਨਹੀਂ ਕਰ ਰਹੇ ਕਿਸੇ ਤੇ। ਪਰ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਤੁਸੀਂ ਲੱਗਦਾ ਹੈ ਕਿ ਸਰਕਾਰ ਦੇ ਤੌਰ ਤੇ ਤੁਸੀਂ ਸਰਕਾਰ ਨੂੰ ਚਲਾਉਣ ਦੇ ਕਾਬਿਲ ਨਹੀਂ, ਗੱਲ ਇੱਥੇ ਆਉਂਦੀ ਆ ਹੁਣ ਸਿਧਾਂਤਕ ਤੌਰ ਦੇ ਉੱਤੇ, ਤਾਂ ਤੁਸੀਂ ਫਿਰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਕਿਉਂ ਹੋ? ਤੁਸੀਂ ਫਿਰ ਤੁਸੀਂ ਚੀਫ ਸੈਕਟਰੀ ਦੀ, ਤੁਸੀਂ ਆਪਣੇ ਲੀਗਲ ਐਡਵਾਈਜ਼ਰ ਦੀ, AG ਦੀ ਜਾਂ ਹੋਰ ਸਾਰੇ ਅਮਲੇ ਸ਼ਮਲੇ ਦੀ ਇਹ ਜਿਹੜੀ ਸਾਰਾ ਖਰਚਾ ਹੈ ਉਹ ਸਟੇਟ ਐਕਸਚੈਕਰ ਤੇ ਕਿਉਂ ਪਾ ਰਹੇ ਹੋ? ਤੁਸੀਂ ਕਿਸ ਮਜਬੂਰੀ 'ਚ ਪਾ ਰਹੇ ਹੋ? ਜਦੋਂ ਤੁਸੀਂ ਇਹ ਪਿਰਤਾ ਤੋੜਦੇ ਹੋ ਕਿ ਦੂਜੀ ਸਟੇਟ, ਖਾਸ ਕਰ ਅੱਧੀ ਸਟੇਟ ਜਿਹੜੀ ਇੱਕ ਮਿਊਨਿਸਪਲ ਕਾਰਪੋਰੇਸ਼ਨ ਦੇ ਪੱਧਰ ਦੀ ਸਟੇਟ ਹੈ ਜੀ, ਉਹ ਰਾਜ ਨਹੀਂ ਹੈ, ਉੱਥੇ ਪੁਲਿਸ ਨਹੀਂ ਹੈ, ਉੱਥੇ ਹੋਰ ਬੜਾ ਕੁਝ ਨਹੀਂ ਹੈ, ਉਹ ਜਸਟ ਇੱਕ ਮਿਊਨਿਸਪਲ ਕਾਰਪੋਰੇਸ਼ਨ ਹੈ। ਜਿਸ ਤਰ੍ਹਾਂ ਚੰਡੀਗੜ੍ਹ ਇੱਕ ਮਿਊਨਿਸਪਲ ਨਗਰ ਨਿਗਮ ਹੈ ਤੇ ਲੋਕ ਸਭਾ ਦੀ ਸੀਟ ਹੈ, ਕਾਰਪੋਰੇਸ਼ਨ ਕੋਲੇ ਤਾਂ ਅਧਿਕਾਰ ਵੱਧ ਨੇ ਜੀ ਦਿੱਲੀ 'ਚ। ਹਾਂ, ਨਹੀਂ, ਤੁਸੀਂ ਪਿਰਤ ਤੋੜਦੇ ਹੋ ਕਿ ਤੁਸੀਂ ਉਹਨਾਂ ਨਾਲ ਨੌਲੇਜ ਸ਼ੇਅਰਿੰਗ ਸਮਝੌਤਾ, ਚਲੋ ਲੋਕਾਂ ਦੇ ਅੱਖਾਂ 'ਚ ਮਿੱਟੀ ਪਾ ਸਕਦੇ ਹੋ, ਪਰ ਜਿਨ੍ਹਾਂ ਨੂੰ ਪਤਾ ਹੈ ਕਿ ਫਾਈਲਾਂ ਦਾ ਮਤਲਬ ਕੀ ਹੁੰਦਾ, ਇਹਨਾਂ ਸਮਝੌਤਿਆਂ ਦਾ ਮਤਲਬ ਕੀ ਹੁੰਦਾ, ਉਹਨਾਂ ਦੀ ਅੱਖਾਂ 'ਚ ਮਿੱਟੀ ਨਹੀਂ ਪਾ ਸਕਦੇ। ਇਸੇ ਕਰਕੇ ਮੈਂ ਪਹਿਲਾਂ ਕਹਿ ਕੇ ਚੱਲਿਆ ਕਿ ਅਸੀਂ ਦੋਵੇਂ ਜਣੇ ਜੇਕਰ ਗੱਲ ਕਰਾਂਗੇ ਤਾਂ ਆਪਾਂ ਸੱਚ ਨੂੰ ਮੰਨ ਕੇ ਸਾਹਮਣੇ ਰੱਖ ਕੇ ਗੱਲ ਕਰਾਂਗੇ ਕਿ ਹਾਂ, ਇਹ ਪੰਜਾਬ ਦੀ ਸਰਕਾਰ ਨੂੰ ਚਲਾਉਣ ਦਾ ਜ਼ਰੀਆ ਬਣਾਇਆ ਗਿਆ ਦਿੱਲੀ ਤੋਂ। ਇਹ ਸੱਚ ਨੂੰ ਆਪਾਂ ਇੱਥੋਂ ਅੱਗੇ ਚੱਲਾਂਗੇ। ਸੋ ਇਹ ਕੁੱਲ ਮਿਲਾ ਕੇ ਹੋਇਆ ਇਹੀ ਹੈ ਕਿ ਅਸੀਂ ਹੁਣ ਜਾਂ ਤਾਂ ਦੇਖੋ ਇਸ ਗੱਲ ਨੂੰ ਮੰਨ ਲਈਏ, ਜਿਵੇਂ ਕਿ ਕਿਹਾ ਜਾ ਰਿਹਾ ਕਿ 6 ਮਹੀਨੇ ਦਾ ਹਨੀਮੂਨ ਪੀਰੀਅਡ ਦਿੱਤਾ ਜਾਵੇ ਜੀ। ਦੂਜੀ ਗੱਲ, ਜਾਂ ਫਿਰ ਅਸੀਂ ਇਹ ਵੀ ਨਾਲ ਸਵੀਕਾਰ ਕਰ ਲਈਏ ਕਿ ਪੰਜਾਬ ਦਾ ਸਿਸਟਮ ਬੜਾ ਭ੍ਰਿਸ਼ਟ ਹੋ ਚੁੱਕਾ ਸੀ, ਪੰਜਾਬ ਦੇ ਬਿਊਰੋਕਰੇਟਸ ਨੂੰ ਵੀ ਆਦਤ ਪੈ ਗਈ ਸੀ ਖੁਸ਼ਾਮਦ ਕਰਨ ਦੀ, ਜਾਂ ਉਹ ਵੀ ਭ੍ਰਿਸ਼ਟ ਹੋ ਚੁੱਕੇ ਸੀ। ਤਾਂ ਇਸ ਕਰਕੇ ਅਸੀਂ ਸਾਰਾ ਕੁਝ ਦਿੱਲੀ ਦੇ ਹੱਥ 'ਚ ਲੈ ਰਹੇ ਹਾਂ ਤਾਂ ਜੋ ਇਸ ਚੀਜ਼ ਨੂੰ ਸੁਧਾਰਿਆ ਜਾ ਸਕੇ। ਜੇ ਤਾਂ ਤੁਸੀਂ ਇਸ ਤਰੀਕੇ ਨਾਲ ਆਉਂਦੇ ਹੋ, ਫਿਰ ਤੁਸੀਂ ਉਸ ਨੂੰ ਕਿਸੇ ਨਾ ਕਿਸੇ ਪੱਧਰ ਦੇ ਉੱਤੇ ਉਸ ਤਰ੍ਹਾਂ ਡਾਇਲੌਗ ਹੋਏਗਾ। ਅਦਰਵਾਈਜ਼ ਗੱਲ 200 ਸਾਲ ਪਿੱਛੇ ਲੈ ਜਾਓ ਤਾਂ ਫਿਰ ਤਾਂ ਇਹ ਵੀ ਜਾਇਜ਼ ਸੀ ਕਿ ਅੰਗਰੇਜ਼ਾਂ ਨੇ ਆ ਕੇ ਇੱਥੇ ਸਾਰਾ ਸਿਸਟਮ ਠੀਕ ਕੀਤਾ, ਸਾਰੇ ਵੱਖੋ ਵੱਖਰੇ ਰਾਜੇ ਇਕੱਠੇ ਕੀਤੇ, ਫਿਰ ਇੱਥੇ ਕਨਸਟੀਟਿਊਸ਼ਨ ਬਣਾਇਆ,
ਫਿਰ ਇੱਥੇ ਜਿਹੜਾ ਹੈ ਵਿਕਾਸ ਕੀਤਾ, ਅਪਰ ਹਾਊਸ ਲੋਅਰ ਹਾਊਸ ਬਣਾਏ, ਫਿਰ ਇੱਥੇ ਜਿਹੜਾ ਇੰਡੀਆ ਦੇ ਲੋਕਾਂ ਨੂੰ ਜੀਣਾ ਸਿਖਾਇਆ। ਫਿਰ ਤਾਂ ਉਹ ਜਿਹੜਾ ਮਹਾਤਮਾ ਗਾਂਧੀ ਦੀ ਮੂਵਮੈਂਟ ਹੈ, ਭਗਤ ਸਿੰਘ ਉਹਨਾਂ ਦੀ ਮੂਵਮੈਂਟ ਹੈ, ਉਹ ਸਾਰੀ ਬਿਲਕੁਲ ਹੀ ਏਦਾਂ ਲੱਗਦੀ ਹੈ ਜਿਸ ਤਰ੍ਹਾਂ ਅੱਜ ਕੱਲ੍ਹ ਲੋਕ ਵਿਰੋਧੀ ਇਸ ਗੱਲ ਦੇ ਖਿਲਾਫ ਬੋਲਦੇ ਨੇ। ਫਿਰ ਤਾਂ ਦੇਖੋ, ਇੱਕ ਸਟੇਟ ਉੱਥੋਂ ਦੇ ਸ਼ਾਸਕਾਂ ਕੋਲੋਂ, ਉੱਥੋਂ ਦੇ ਪ੍ਰਸ਼ਾਸਕਾਂ ਕੋਲੋਂ ਨਹੀਂ ਚੱਲ ਸਕਦੀ, ਤਾਂ ਤੁਸੀਂ ਦੂਜੇ ਥਾਂ ਦੇ ਉੱਤੇ ਉਸ ਤੋਂ ਬਿਹਤਰ, ਉਸ ਤੋਂ ਤਜਰਬੇਕਾਰ, ਉਸ ਤੋਂ ਮਾਡਰਨ ਪ੍ਰਸ਼ਾਸਕਾਂ ਦੇ ਹੱਥ 'ਚ ਦੇ ਰਹੇ ਹੋ ਜੀ। ਜਿਸ ਤਰ੍ਹਾਂ 200-250 ਸਾਲ ਪਹਿਲਾਂ ਅੰਗਰੇਜ਼ਾਂ ਨੇ, ਇਹ ਸਾਨੂੰ ਅੰਗਰੇਜ਼ ਵੀ ਇਹੀ ਕਹਿੰਦਾ ਆਇਆ ਨਾ ਵੀ ਹਾਂ ਅੰਗਰੇਜ਼ ਆਇਆ ਜੀ, ਅਸੀਂ ਤੁਹਾਨੂੰ ਬਣਾਇਆ, ਤੁਹਾਨੂੰ ਇੱਥੇ ਡੰਮੀ ਦੇਸ਼ ਚਲਾਉਣਾ ਨਹੀਂ ਆਉਂਦਾ। ਜਿਵੇਂ ਆਪਾਂ ਮੌਕ ਪਾਰਲੀਮੈਂਟ ਤੁਹਾਨੂੰ ਚਲਾਈ, ਹਾਂਜੀ, ਤੁਸੀਂ ਨਾ ਤੁਹਾਡੇ ਕੋਲ ਕੋਈ ਇਖਤਿਆਰ ਸੀ, ਨਾ ਕੋਈ ਸ਼ੋਰ ਸੀ, ਪਰ ਸੀ ਤਾਂ ਤੁਸੀਂ MP ਭਾਵੇਂ ਚੁਣੇ ਸੀ ਤੇ ਭਾਵੇਂ ਸਰਕਾਰ ਨੇ ਬਣਾਏ ਸੀ, ਤੁਹਾਨੂੰ ਕਰਨਾ ਸਿਖਾਇਆ, ਫਿਰ ਟ੍ਰਾਂਸਫਰ ਆਫ ਪਾਵਰ ਕੀਤੀ ਜੀ। ਪਰ ਦੰਨੇਵਾਲ ਸਾਹਿਬ, ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਜਿਸ ਨੂੰ ਤਾਂ ਸਮਝ ਆ ਰਿਹਾ ਉਸ ਨੂੰ ਬਹੁਤ ਚੰਗੀ ਤਰ੍ਹਾਂ ਆ ਰਿਹਾ, ਤੇ ਜਿਸ ਨੂੰ ਨਹੀਂ ਆ ਰਿਹਾ ਹੋ ਸਕਦਾ ਉਸ ਦਾ ਇਸ ਸਵਾਲ ਨਾਲ ਲੇਗਾ ਦੇਗਾ ਹੀ ਨਾ ਹੋਵੇ। ਇਹ ਇੱਕ ਦਿੱਲੀ, ਮੈਂ ਪਹਿਲਾਂ ਕਿਹਾ ਕਿ ਦਿੱਲੀ ਇੱਕ ਅਧੂਰੀ ਸਟੇਟ ਹੈ, ਮੈਂ ਉਸ ਤੋਂ ਵੀ ਅੱਗੇ ਜਾ ਕੇ ਉਸ ਨੂੰ ਜਸਟ ਇੱਕ ਮਿਊਨਿਸਪਲ ਕਾਰਪੋਰੇਸ਼ਨ ਹੀ ਮੰਨਦਾ, ਕਿਉਂਕਿ ਦਿੱਲੀ ਦੇ ਵਿੱਚ ਅਮਲਾ ਸ਼ਮਲਾ ਸਾਰੀਆਂ ਸੂਬਿਆਂ ਦਾ, ਕੇਂਦਰ ਦੀ ਸਰਕਾਰ ਦਾ, ਉਹ ਦਿੱਲੀ ਦੇ ਅਮਲੇ ਸ਼ਮਲੇ ਤੋਂ ਕਿਤੇ ਵੱਧ ਹੈ। ਦਿੱਲੀ ਐਸੀ ਛਾਉਣੀ ਹੈ ਜੀ, ਤਾਂ ਪੰਜਾਬ ਦਾ ਮੁਕਾਬਲਾ ਦਿੱਲੀ ਨਾਲ ਕਦੇ ਨਹੀਂ ਹੋ ਸਕਦਾ। ਨੰਬਰ 1 ਜੀ, ਬਿਲਕੁਲ ਨਹੀਂ ਹੋ ਸਕਦਾ। ਉੱਥੋਂ ਦਾ ਕੋਈ ਵੀ ਚੀਜ਼, ਸਿੱਧੀ ਗੱਲ ਹੈ ਜੀ, ਉੱਥੋਂ ਦੇ ਹਾਲਾਤ ਹੋਰ ਨੇ। ਤੁਸੀਂ ਇੱਕ ਦਿੱਲੀ ਚੋਂ ਇੱਕ ਪਾਸੇ ਚੱਲਦੇ ਹੋ, 2.5 ਘੰਟੇ ਹੀ ਦਿੱਲੀ ਲੰਘ ਜਾਂਦੇ। ਫਿਰ ਜਿਹੜੀ ਮੈਂ ਗੱਲ, ਜਿੱਥੋਂ ਮੈਂ ਇਸ ਸਵਾਲ ਦੇ ਜਵਾਬ 'ਚ ਤੁਹਾਡੇ 'ਚ ਗੱਲ ਸ਼ੁਰੂ ਕੀਤੀ ਹੈ ਕਿ ਇੱਕ ਸਵਾਲ ਜਿਹੜਾ ਜਿਹਨੂੰ ਸਮਝ ਆ ਰਿਹਾ ਤਾਂ ਬਹੁਤ ਚੰਗੀ ਤਰ੍ਹਾਂ ਆ ਰਿਹਾ, ਤੇ ਉਸ ਨੂੰ ਡਰਾ ਵੀ ਰਿਹਾ, ਕੰਬਾ ਵੀ ਰਿਹਾ, ਤੇ ਫਿਕਰਮੰਦ ਵੀ ਕਰ ਰਿਹਾ ਹੈ। ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਇਹ ਸਵਾਲ ਉਹਨਾਂ ਦੇ ਜ਼ਿਹਨ 'ਚ ਨਾ ਆਵੇ ਤੇ ਉਹਨਾਂ ਨੂੰ ਇਸ ਨਾਲ ਕੋਈ ਫਰਕ ਹੀ ਨਾ ਪਵੇ। ਇਹ ਸਵਾਲ ਇਹ ਹੈ ਕਿ 1947 ਦੀ ਵੰਡ ਤੋਂ ਬਾਅਦ ਪੰਜਾਬ ਨੇ ਸੰਤਾਪ ਭੋਗਿਆ, ਤੇ ਪੰਜਾਬ ਦੇ ਉਦੋਂ ਦੇ ਜਿਹੜੇ ਉਲਝੀ ਹੋਈ ਤਾਣੀ ਹੁਣ ਤੱਕ ਨਹੀਂ ਸੁਲਝੀ, ਉਦੋਂ ਦੇ ਉਲਝੇ ਹੋਏ ਮਸਲੇ ਸ਼ਾਸਕੀ ਪ੍ਰਸ਼ਾਸਕੀ ਕੇਂਦਰ ਨਾਲ, ਰਾਜ ਦੇ ਅਧਿਕਾਰਾਂ ਨਾਲ, ਉਹ ਨਹੀਂ ਸੁਲਝੇ। ਦੂਜੀ ਸੱਟ ਪੰਜਾਬ ਨੂੰ 1966 ਚ ਵੱਜੀ, ਜਦੋਂ ਪੰਜਾਬ ਦਾ ਪੁਨਰਗਠਨ ਹੋਇਆ, ਤਾਂ ਉਦੋਂ ਦੇ ਮਸਲੇ ਹੋਰ ਉਲਝ ਗਏ, ਜਿਹੜੇ ਉਸ ਤੋਂ ਅੱਗੇ ਹੋਰ ਪੇਚੀਦਾ ਬਣਦੇ ਗਏ। ਫਿਰ ਪੰਜਾਬ ਦੇ ਵਿੱਚ ਐਮਰਜੈਂਸੀ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਸ਼ੁਰੂ ਹੁੰਦਾ ਹੈ ਕਾਲਾ ਦੌਰ, ਜਿਸ ਚ ਆਪਰੇਸ਼ਨ ਬਲੂ ਸਟਾਰ ਵੀ ਹੁੰਦਾ ਹੈ। ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਤੇ ਬਾਅਦ ਦੀਆਂ ਘਟਨਾਵਾਂ ਵੀ ਹੁੰਦੀਆਂ ਨੇ। ਇੱਥੋਂ ਦੇ ਮੁੱਖ ਮੰਤਰੀ ਨੂੰ ਸਕੱਤਰੇਤ ਦੇ ਵਿੱਚ ਜਾ ਕੇ ਬੰਬ ਨਾਲ ਉਡਾਇਆ ਵੀ ਜਾਂਦਾ ਹੈ, ਤੇ ਇੱਥੋਂ ਦੀਆਂ ਸਰਕਾਰਾਂ ਬਣਦੀਆਂ ਨੇ, ਡੇਗੀਆਂ ਜਾਂਦੀਆਂ ਨੇ, ਰਾਸ਼ਟਰਪਤੀ ਰਾਜ ਲੱਗਦੇ ਨੇ, ਸਟੇਟ ਦੇ ਸਿਰ ਤੇ ਕਰਜ਼ਾ ਚੜਦਾ ਹੈ, ਸਟੇਟ ਦੀ ਜਵਾਨੀ ਖਤਮ ਹੁੰਦੀ ਹੈ, ਸਟੇਟ ਦਾ ਖਜ਼ਾਨਾ ਜਿਹੜਾ ਹੈਗਾ ਉਹ ਖਾਲੀ ਹੁੰਦਾ, ਲੁੱਟਿਆ ਜਾਂਦਾ ਹੈ। ਸਟੇਟ ਦੇ ਇਹ ਸਵਾਲ ਜਿਹੜੇ ਨੇ ਇਹ ਹੁਣ ਤੱਕ ਚੱਲਦੇ ਆਏ, ਤੇ ਉਸ ਤੋਂ ਬਾਅਦ ਅਗਲੇ ਆਪਾਂ ਹੋਰ ਅਗਰ ਇਸ ਤਰਤੀਬ 'ਚ ਜੋੜ ਲਈਏ ਤਾਂ SYL ਦੇ ਮੁੱਦੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੇਲੇ ਪਾਣੀਆਂ ਦਾ ਸਮਝੌਤਾ ਤੋੜਨਾ, ਉਸ ਤੋਂ ਬਾਅਦ ਫਿਰ ਡੇਰਾ ਮੁਖੀ ਦੇ ਵੱਲੋਂ ਪੋਸ਼ਾਕ ਵਾਲੀ ਜਿਹੜੀ ਹੈਗੀ ਹੈ ਘਟਨਾ ਨੂੰ ਅੰਜਾਮ ਦੇਣਾ, ਤੇ ਉਸ ਤੋਂ ਬਾਅਦ ਉਹ ਕੇਸ ਜਿਹੜਾ ਹੈ ਅਦਾਲਤ 'ਚ ਚੱਲਣਾ, ਸਰਕਾਰ ਦਾ ਹਾਰ ਜਾਣਾ, ਜੋ ਵੀ ਹੋਣਾ। ਉਸ ਤੋਂ ਬਾਅਦ ਬੇਅਦਬੀ, ਗੋਲੀकांड, ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਕਿ ਜੇਕਰ ਹੁਣ ਇਹਨਾਂ ਦੀ ਐਕਸੈਸ ਕਿਸੇ ਦੂਜੀ ਸਟੇਟ ਕੋਲ ਹੋ ਜਾਏ ਜਿਨ੍ਹਾਂ ਦਾ ਕੋਈ ਸਟੇਕ ਨਹੀਂ ਹੈ ਇੱਥੇ, ਜੀ ਬਿਲਕੁਲ, ਤਾਂ ਇਹ ਇਤਿਹਾਸਕ ਤੌਰ ਦੇ ਉੱਤੇ ਪੰਜਾਬ ਵਾਸਤੇ ਭਵਿੱਖ ਵਿੱਚ ਆਉਣ ਵਾਲੀ ਸਦੀਆਂ 'ਚ, ਆਉਣ ਵਾਲੇ ਦਹਾਕਿਆਂ 'ਚ ਬੜਾ ਘਾਤਕ ਸਾਬਤ ਹੋ ਸਕਦਾ ਹੈ। ਕਿ ਤੁਹਾਡੇ ਘਰ ਦਾ ਭੇਤ, ਬਿਲਕੁਲ ਤੁਹਾਡੇ ਉਹ ਸਿਆਣੇ ਬਜ਼ੁਰਗ ਦਾ ਕਿਉਂ ਨਹੀਂ ਬਣਦੀ, ਤੁਹਾਡੇ ਆਪਣੇ ਦਾਦੇ ਦੇ ਵੱਡੇ ਭਰਾ ਨਾਲ ਕਿਉਂ ਨਹੀਂ ਬਣੀ ਸੀ, ਤੇ ਤੁਹਾਡੀ ਫਲਾਣੀ ਭੂਆ ਦੇ ਨਾਲ ਤੁਸੀਂ ਕਿਉਂ ਨਹੀਂ ਆਣ ਜਾਣ ਰੱਖਦੇ, ਜਾਂ ਤੁਹਾਡਾ ਫਲਾਣਾ ਫੁੱਫੜ ਜਿਹੜਾ ਹੈਗਾ ਤੁਹਾਡੀ ਕਿਉਂ ਨਹੀਂ ਬਣਦੀ, ਤੁਹਾਡੇ ਮਾਮੇ ਤੁਹਾਡੇ ਘਰੋਂ ਆਉਣੋਂ ਕਿਉਂ ਝਿਜਕਦੇ ਨੇ। ਮਤਲਬ ਕਿ ਇਹ ਉਹ ਇੱਕ ਤਾਣਾ ਸਮਝਾਉਣ ਦੀ ਕੋਸ਼ਿਸ਼ ਕਰਦਾ। ਸਰਕਾਰ ਦਾ ਵੀ ਇਸ ਤਰ੍ਹਾਂ ਦੀ ਤਾਣਾ ਹੁੰਦਾ ਹੈ, ਬਿਲਕੁਲ ਅੰਦਰੂਨੀ ਭੇਤ ਹੁੰਦੇ ਨੇ ਜਿਹੜੇ ਜਿਹੜੇ ਕਿਸੇ ਉਸ ਬੰਦੇ ਨਾਲ ਸਾਂਝੇ ਨਹੀਂ ਕੀਤੇ ਜਾ ਸਕਦੇ ਜਿਹਦਾ ਇੱਥੇ ਸੰਬੰਧ ਨਾ ਹੋਵੇ, ਬਿਲਕੁਲ, ਜਿਸ ਨੂੰ ਆਪਾਂ ਇੱਕ ਕਾਨੂੰਨੀ ਭਾਸ਼ਾ ਦੇ ਵਿੱਚ ਆਪਾਂ ਲੋਕਸ ਸਟੈਂਡਈ ਕਹਿੰਦੇ ਹੁੰਦੇ ਆ, ਜਿਸ ਦੀ ਲੋਕਸ ਸਟੈਂਡਈ ਨਹੀਂ ਹੈਗੀ, ਜਿਹੜੀ ਦਿੱਲੀ ਦੇ ਜਿਨ੍ਹਾਂ ਬੰਦਿਆਂ ਨਾਲ ਸਾਂਝੇ ਹੋਣੇ ਨੇ ਉਹਨਾਂ ਨੂੰ ਪੰਜਾਬ ਨਾਲ ਕੋਈ ਉਹਨਾਂ ਦਾ ਸੰਬੰਧ ਨਹੀਂ ਹੈ, ਉਹਨਾਂ ਨੂੰ ਕੋਈ ਫਰਕ ਨਹੀਂ ਪਏਗਾ। ਕਿ ਜੇਕਰ ਮੇਰੇ ਘਰ ਦੀ ਗੱਲ ਬਾਹਰ ਜਾਂਦੀ ਹੈ ਤਾਂ ਮੈਨੂੰ ਫਰਕ ਪੈਂਦਾ ਹੈ, ਕਿਉਂਕਿ ਉਹ ਰਿਸ਼ਤੇ 'ਚ ਮੇਰਾ ਚਾਚਾ, ਮੇਰੀ ਭੂਆ, ਮੇਰਾ ਫੁੱਫੜ, ਮੇਰਾ ਮਾਮਾ, ਮੇਰਾ ਦਾਦਾ, ਮੇਰਾ ਹੋਰ ਕੁਝ ਲੱਗ ਸਕਦਾ। ਇਸ ਕਰਕੇ ਮੈਂ ਉਸ ਬਾਰੇ ਆਪਣੇ ਘਰ ਦੀ ਸੰਬੰਧਿਤ ਗੱਲ ਬਾਹਰ ਕਰਨ ਲੱਗਿਆ ਮੈਂ ਰੁਕੂੰਗਾ, ਮੈਂ ਗੱਲ ਨਹੀਂ ਕਰੂੰਗਾ। ਪਰ ਜਿਹੜਾ ਬੰਦਾ ਮੇਰੇ ਘਰ ਦਾ ਨਹੀਂ, ਹੋ ਸਕਦਾ ਮੇਰਾ ਦੋਸਤ ਹੈ, ਪਰ ਉਸ ਨੂੰ ਉਹਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਮੇਰੇ ਘਰ ਦੀ ਗੱਲ ਬਾਹਰ ਜਾ ਕੇ ਕਿਸੇ ਨਾਲ ਕਰਨ ਲੱਗਿਆ। ਸੋ ਇਹ ਕੁਝ ਸਰਲ ਜਿਹੀਆਂ ਗੱਲਾਂ ਨੇ ਜਿਹੜੀਆਂ ਇਹ ਤਹਿਾਂ ਫਰੋਲਣ ਲਈ ਜਿਹੜੀਆਂ ਜ਼ਰੂਰੀ ਨੇ, ਇਹਨੂੰ ਸਮਝਣਾ
ਇਸ ਨੂੰ ਸਿਰਫ ਭਾਵੁਕ ਹੋ ਦੇਖੋ ਕੇ ਬੜਾ ਸਮਝਣ ਦੀ ਇਹਦਾ ਵੀ ਲੋੜ ਇੱਕ ਨਹੀਂ। ਬੜੀ ਬਿਲਕੁਲ ਤੁਹਾਡੀਆਂ ਗੱਲਾਂ ਚਿੰਤਾ ਦਾ ਵਿਸ਼ਾ ਹੈ ਆਪਦੀ ਡੋਰ ਕਿਸੇ ਦੇ ਹੱਥ ਮਤਲਬ ਫੜਾ ਜੇ ਦੇਣੀ। ਏਡਾ ਵੱਡਾ ਇਤਿਹਾਸਕ ਕਦਮ ਚੁੱਕਣਾ ਸੀ ਤਾਂ ਜ਼ਰੂਰ ਇਸ ਮਾਮਲੇ 'ਚ ਵੀ ਲੋਕਾਂ ਦੀ ਰਾਏ ਲਈ ਜਾਂਦੀ। ਘੱਟੋ ਘੱਟ ਉਹ ਲੋਕਾਂ ਨੂੰ ਨਾਲ ਆਮ ਆਦਮੀ ਪਾਰਟੀ 'ਚ ਵੀ ਕਮੀ ਨਹੀਂ ਹੈ ਮਾਹਰਾਂ ਦੀ, ਬਹੁਤ ਵਧੀਆ ਬੈਠੇ ਨੇ ਜੀ ਵਕੀਲਾਂ ਦੀ, ਪ੍ਰਸ਼ਾਸਨ ਚਲਾਉਣ ਵਾਲਿਆਂ ਦੀ, ਪੁਲਿਸ ਮਹਿਕਮਾ ਚਲਾਉਣ ਵਾਲਿਆਂ ਦੀ ਕਮੀ ਬਿਲਕੁਲ ਨਹੀਂ ਆਮ ਆਦਮੀ ਪਾਰਟੀ। ਦੇਖੋ ਜੀ ਮੋਟੇ ਤੌਰ ਤੇ ਕਰੀਮ ਹੈ ਆ ਦੇਖੋ ਮੋਟੇ ਤੌਰ ਤੇ ਗੱਲ ਕਰ ਰਹੀ ਹੈ ਮੁੰਡਾ ਅਮਨ ਅਰੋੜਾ ਹੈ, ਸਿਆਸੀ ਪਰਿਵਾਰ ਚੋਂ ਆਉਂਦਾ, ਪੜ੍ਹਿਆ ਲਿਖਿਆ, 2 ਵਾਰੀ ਐਮਐਲਏ ਬਣ ਗਿਆ ਜੀ, ਉਹਨੂੰ ਨਹੀਂ ਲਿਆ। ਕੁਲਤਾਰ ਸਿੰਘ ਸੰਧਵਾ ਸਪੀਕਰ ਬਣਾਤੇ, ਚਲੋ ਠੀਕ ਹੈ, ਸਪੀਕਰ ਦੀ ਉਹ ਗੱਲ ਤਾਂ ਨਹੀਂ ਹੁੰਦੀ, ਜੇ ਮੰਤਰੀ ਹੁੰਦੇ ਤਾਂ ਕਿੱਥੇ ਜਾਂਦੀ ਗੱਲ ਜੀ। ਠੀਕ ਹੈ, ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਮੇਰੀਆਂ ਪਾਵਰਾਂ ਕੀ ਨੇ ਜਾਂ ਮੈਂ ਕਰਨਾ ਕੀ ਹੈ, ਹਾਂਜੀ, ਜਾਂ ਫਿਰ ਉਹ ਕੋਈ ਗੱਲ ਹੈ ਵੀ ਭਾਈ ਕਾਕਾ ਤੈਨੂੰ ਗੱਡੀ ਦੇਤੀ, ਝੰਡੀ ਦੇਤੀ, ਤੂੰ ਇਸ ਪਿੱਛੇ ਲੜੀ ਚੱਲ ਵੀ ਮੈਨੂੰ ਕੰਫਰਟੇਬਲ, ਮੈਂ ਨੋਵਾ 'ਚ ਨਹੀਂ ਬਹਿਣਾ, ਮੈਂ ਨੋਵਾ ਤੋਂ ਚੱਕ ਕੇ ਕੀ ਕਹਿੰਦੇ ਮੈਂ ਉਹਦੇ 'ਚ ਬਹਿਣਾ, ਵੱਡੀ ਚਾਹੀਦੀ ਹੈ ਮੈਨੂੰ, ਉਹ 20,000 ਚੱਲੀ ਹੈ, ਮੈਂ ਉਹ ਨਹੀਂ ਲੈਣੀ। ਤਾਂ ਇਹਨਾਂ ਗੱਲਾਂ ਦੇ ਵਿੱਚ ਉਲਝਾ ਕੇ ਰੱਖ ਦਿਓ। ਕਾਲ ਲੈਂਦੇ ਫਿਰ ਅੱਗੇ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ 98 ਤੇ ਆਉਣੇ ਰਹੋ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਕਲਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਕਲੀਅਰ ਸਾਹਿਬ। ਬੇਨਤੀ ਇਹ ਹੈ ਜੀ, ਜਿਹੜਾ ਹੁਣ ਆਪਣਾ ਇਹ ਸਮਝੌਤਾ ਕੀਤਾ, ਜਿਹੜੇ ਪਹਿਲਾਂ ਜਿਨ੍ਹਾਂ ਨੇ ਨੌਲੇਜ ਲਿਆਉਣੀ, ਸਾਡੇ ਬੱਚੇ ਘੱਟ ਨੌਲੇਜਫੁਲ, ਜਿਹੜੇ ਆਪਣੇ ਟੀਚਰ ਹੈਗੇ ਉਹਨਾਂ ਲਿਆ ਕੇ ਪਹਿਲਾਂ ਪਾਏ ਵਿੱਚੋਂ ਦੇਣੀਆਂ ਗਾਂ ਨੌਲੇਜ ਬੱਚਿਆਂ ਨੂੰ ਦੇਣੀ ਹੈ। ਉਹ ਤਾਂ ਸਾਡੇ ਕੋਲ ਇੱਕ ਚੀਜ਼ ਹੀ ਨਹੀਂ, ਗਾਂ ਕੰਪਿਊਟਰ ਲਿਆ ਕੇ ਨੌਲੇਜ ਸਟੋਰ ਕਰਕੇ ਤੇ ਗਾਂ ਦੇ ਦੇਊਗੇ। ਜਿਹੜੇ ਟੀਚਰ ਦਾ ਜਿਨ੍ਹਾਂ ਨੇ ਪੜ੍ਹਾਉਣਾ ਉਹ ਤਾਂ ਸਾਡੇ ਕੋਲ ਹੈ ਨਹੀਂ, ਤੇ ਨੌਲੇਜ ਦੇਊ ਕਿਹੜਾ ਜੀ, ਲਊ ਕਿਹੜਾ? ਜੀ 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 ਹਾਂਜੀ, ਆਪਣੇ ਨੀਲ ਜੀ ਕਹਿੰਦੇ ਵੀ ਨੌਲੇਜ ਕੌਣ ਦੇਊ। ਇੱਧਰ ਹਰਮੇਲ ਸਿੰਘ ਜੀ ਕਹਿੰਦੇ ਜੀ ਜੇ ਆਮ ਆਦਮੀ ਪਾਰਟੀ ਵੀ ਦਮਗਜੇ ਮਾਰਦੀ ਸੀ ਪਹਿਲਾਂ, ਜੇ ਨੀਤ ਸਾਹਿਬ ਹੋਵੇ ਤਾਂ ਕਾਰਵਾਈ ਕਰਨ ਲਈ ਕਹਿੰਦੇ 24 ਘੰਟੇ ਹੀ ਚਾਹੀਦੇ ਆ, ਜੇ ਕਰਨੇ ਹੁਣ ਤਾਂ ਕਹਿੰਦੇ ਬੜਾ ਕੁਝ ਹੋਈ ਜਾਂਦਾ, ਕਹਿੰਦਾ ਕਿੰਨੇ ਹੀ ਘੰਟੇ ਟੱਪ ਗਏ। ਦੇਖੋ ਧਾਲੀਵਾਲ ਸਾਹਿਬ, ਇੱਕ ਗੱਲ ਤਾਂ ਦੇਖੋ ਸਪਸ਼ਟ ਹੈ, ਮੈਂ ਪਹਿਲਾਂ ਤੋਂ ਕਹਿ ਰਿਹਾ ਕਿ ਜੇਕਰ ਆਪਾਂ 2 ਬੰਦੇ ਆਪਾਂ ਗੱਲ ਕਰ ਰਹੇ ਹਾਂ ਇਸ ਪੱਧਰ ਦੇ ਉੱਤੇ, ਘੱਟੋ ਘੱਟ ਅਸੀਂ ਤਾਂ ਜ਼ਿੰਮੇਵਾਰੀ ਸਮਝਦੇ ਹਾਂ ਕਿ ਅਸੀਂ ਜਿਹੜਾ ਹੈ ਸੱਚ ਨੂੰ ਸੱਚ ਕਹਿ ਕੇ ਚੱਲੀਏ। ਬਿਲਕੁਲ, ਆਪਾਂ ਨੂੰ ਚੱਲਣਾ ਪੈਣਾ ਜੀ। ਠੀਕ ਹੈ, ਸਾਡੇ ਆਪਾਂ ਵੀ ਨਾ ਕਹਿਣਾ ਨਵਜੋਤ ਸਿੰਘ ਸਿੱਧੂ ਦੇ ਰੋਟੀ ਨੂੰ ਚੋਚੀ ਤਾਂ ਅਸੀਂ ਵੀ ਨਾ ਕਹੀਏ ਘੱਟੋ ਘੱਟ। ਹਾਂ ਬਿਲਕੁਲ ਬਿਲਕੁਲ, ਇਹਦੇ ਸਪਸ਼ਟ ਹੈ ਕਿ ਭਗਵੰਤ ਸਿੰਘ ਮਾਨ ਹੋਣੀ ਨਹੀਂ ਦੇਖ ਪਾ ਰਹੇ, ਸਮਝ ਪਾ ਰਹੇ ਚੀਜ਼ਾਂ ਨੂੰ ਕਿ ਹੋ ਕੀ ਰਹੀਆਂ ਨੇ, ਘਟਨਾਵਾਂ ਵਾਪਰ ਕੀ ਰਹੀਆਂ ਨੇ। ਉਹ ਉਲਟਾ ਜਸਟੀਫਾਈ ਮਜਬੂਰੀ 'ਚ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕੰਮ ਤਾਂ ਇਹ ਕਰਨ ਜਾਣਾ ਸੀ, ਦਿੱਲੀ ਤੇ ਬਹਾਨਾ ਬਣਾਇਆ ਗਿਆ ਦਿੱਲੀ ਦੇ ਸਕੂਲ ਵੇਖਣ ਦਾ, ਵੀ ਉਹ ਕਲਾਸ ਲਾਈ ਸੀ ਨਾ ਉੱਥੇ। ਮਤਲਬ ਇਹ ਕਿ ਤੁਸੀਂ ਇਹ ਨਾ ਕਰੋ, ਤੁਸੀਂ ਵੀ ਇਹ ਕਿ ਦਿੱਲੀ ਦੌਰੇ ਤੇ ਗਏ ਨੇ ਮੁੱਖ ਮੰਤਰੀ, ਉੱਥੋਂ ਦੇ ਸਕੂਲ ਦੇਖਣ, ਕਰਨ ਤਾਂ ਤੁਸੀਂ ਇਹ ਅੰਦਰ ਖੀਰ ਤਾਂ ਇਹ ਰਿੱਝ ਰਹੀ ਹੈ। ਮਤਲਬ ਇਹ ਤਾਂ ਸਪਸ਼ਟ ਹੈ ਨਾ। ਇਹ ਬੜਾ ਮੈਨੂੰ ਡਰ ਹੈ। ਦੇਖੋ ਕਰੋ, ਪੰਜਾਬ ਵਿਧਾਨ ਸਭਾ ਦੇ ਵਿੱਚ ਤੁਸੀਂ ਲੈ ਕੇ ਜਾਓ ਚੀਜ਼ ਨੂੰ, ਇਹ ਲੈ ਕੇ ਜਾਓ, ਮੰਤਰੀ ਮੰਡਲ 'ਚ ਤੁਸੀਂ ਪਾਸ ਨਹੀਂ ਕੀਤਾ ਤੇ ਤੁਸੀਂ ਇਕੱਲੇ ਜਾ ਕੇ ਐਡੇ ਵੱਡਾ ਕੰਮ ਕਰੇ ਉਹਨੇ। ਇਹ ਗੱਲ ਨਹੀਂ, ਮੰਤਰੀ ਮੰਡਲ ਦਾ ਛੱਡੋ, ਤੁਸੀਂ ਆਪਣੀ ਪਾਰਟੀ 'ਚ ਨਹੀਂ ਗੱਲ ਕੀਤੀ। ਮੰਤਰੀ ਮੰਡਲ 'ਚ ਤਾਂ ਕੋਈ ਸਰਕਾਰ ਦਾ ਉਸ ਤਰ੍ਹਾਂ ਦਾ ਕੰਮ ਨਹੀਂ ਸੀ, ਤਾਂ ਕਨਸਟੀਟਿਊਸ਼ਨ ਦੇ ਪੱਧਰ ਦੀਆਂ ਗੱਲਾਂ ਨੇ। ਤੁਸੀਂ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਇਸ 'ਚ ਹੋਰ ਸਮਝਣ ਵਾਲੀ ਹੈ ਕਿ ਜੇਕਰ ਤੁਸੀਂ ਪਹਿਲੇ ਮਹੀਨੇ 'ਚ ਹੀ ਇਸ ਤਰ੍ਹਾਂ ਦਾ ਤੁਸੀਂ ਕਰ ਰਹੇ ਹੋ, ਜੋ ਤੁਸੀਂ ਜਿਸ ਤਰ੍ਹਾਂ ਰਾਹ ਤੇ ਪਏ ਹੋਏ ਹੋ, ਹੱਥ ਖੜੇ ਕਰ ਰਹੇ ਹੋ ਕਿ ਸਾਡੇ ਵੱਸ ਦੀ ਨਹੀਂ ਹੈ, ਸਾਨੂੰ ਸਮਝ ਹੀ ਨਹੀਂ ਆ ਰਹੀ ਸਰਕਾਰ ਚਲਾਣੀ, ਤਾਂ ਤੁਸੀਂ ਫਿਰ ਕਿਸ ਖਤਰਨਾਕ ਮੁਕਾਮ ਵੱਲ ਲੈ ਕੇ ਜਾਣ ਲੱਗੇ ਹੋ ਸਟੇਟ ਨੂੰ? ਹੁਣ ਮੈਨੂੰ ਤਾਂ ਬੜਾ ਖਤਰਨਾਕ ਮਾਹੌਲ ਅੱਗੇ ਨਜ਼ਰ ਆ ਰਿਹਾ। ਪੰਜਾਬ ਨੂੰ ਫੇਰ ਐਕਸਪੈਰੀਮੈਂਟ ਕੀਤਾ ਜਾ ਰਿਹਾ ਪੰਜਾਬ ਦੇ ਉੱਤੇ। ਨਹੀਂ, ਪ੍ਰਯੋਗਸ਼ਾਲਾ ਪੰਜਾਬ ਨੂੰ ਬਣਾਇਆ ਜਾ ਰਿਹਾ ਕੇਰਲ ਦੇ ਵਾਸਤੇ, ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾਇਆ ਜਾ ਰਿਹਾ ਗੁਜਰਾਤ ਵਾਸਤੇ, ਪੰਜਾਬ ਨੂੰ ਪ੍ਰਯੋਗਸ਼ਾਲਾ ਬਣਾਇਆ ਜਾ ਰਿਹਾ ਹਿਮਾਚਲ ਤੇ ਹਰਿਆਣਾ ਵਾਸਤੇ, ਤੇ ਮੁੜ ਕੇ 2024 ਦੀਆਂ ਦੇਸ਼ ਦੀਆਂ ਇਲੈਕਸ਼ਨਾਂ ਵਾਸਤੇ। ਨਾਲੇ ਦੂਸਰੀ ਗੱਲ ਇਹ ਹੈ ਨਾ, ਮੇਰੀ ਗੱਲ, ਪ੍ਰਯੋਗਸ਼ਾਲਾ ਤਾਂ ਪ੍ਰਯੋਗਸ਼ਾਲਾ ਹੀ ਰਹਿ ਜਾਂਦੀ ਹੈ, ਉੱਥੋਂ ਨਿਕਲਦਾ ਨਹੀਂ ਕੁਝ, ਦੂਜਾ ਲਾ ਜਾਂਦਾ ਹੈ ਉਸ ਪ੍ਰਯੋਗਸ਼ਾਲਾ ਦੇ ਪ੍ਰਯੋਗਾਂ ਦੇ ਸਿਰ ਦੇ ਉੱਤੇ। ਪ੍ਰਯੋਗਸ਼ਾਲਾ ਦੇ ਚੰਗੇ ਪ੍ਰਯੋਗ ਜਿਹੜੇ ਨੇ ਉਹ ਚਲੇ ਜਾਂਦੇ ਨੇ ਹੋਏ, ਤੇ ਮਾੜੇ ਪ੍ਰਯੋਗ ਪ੍ਰਯੋਗਸ਼ਾਲਾ ਦੇ ਖਾਤੇ ਪੈ ਜਾਂਦੇ ਉੱਥੇ ਉਹ ਬਦਬੂ ਮਾਰਦੇ ਰਹਿੰਦੇ ਨੇ। ਹਾਂ, ਮਰੀਆਂ ਲਾਸ਼ਾਂ ਉੱਥੇ ਹੀ ਦਫਨਾਈਆਂ ਜਾਂਦੀਆਂ ਤੇ ਉਹ ਕਬਰਗਾਹ ਬਣਦੀ ਹੈ ਫਿਰ ਉਹਨਾਂ ਦੀ। ਸੋ ਪ੍ਰਯੋਗਸ਼ਾਲਾ ਚੂਹੇ ਦੇ ਉੱਤੇ ਪ੍ਰਯੋਗ ਹੁੰਦਾ ਕਿਸੇ ਦਵਾਈ ਦਾ, ਜੇਕਰ ਚੰਗਾ ਹੋਇਆ ਤਾਂ ਚੂਹਾ ਬਚ ਜਾਊਗਾ, ਤਾਂ ਲੋਕਾਂ ਦੀ ਵੀ ਜਾਨ ਬਚੂਗੀ, ਜੇ ਮਾੜਾ ਹੋਇਆ ਤਾਂ ਚੂਹਾ ਹੀ ਮਰੂਗਾ, ਲੋਕ ਬਚਣਗੇ। ਤਾਂ ਪੰਜਾਬ ਕੀ ਉਹ ਚੂਹਾ ਹੈ ਪ੍ਰਯੋਗ ਕਰਨ ਵਾਲਾ? ਵੈਸੇ ਉਹੀ ਚੀਜ਼ਾਂ ਨਾਲ ਪਹਿਲਾਂ ਪ੍ਰਯੋਗ ਕੀਤਾ, ਦੇਖੋ ਕੀ ਕੁਛ ਹੋਇਆ, ਕੀ ਬੀਤੀ। ਮੈਨੂੰ ਲੱਗਦਾ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਸਿੱਖਾਂ ਨੇ ਤੇ ਪੰਜਾਬੀਆਂ ਨੇ ਜਿਹੜੀ ਉੱਥੇ ਗੱਡੇ ਆ ਨਾ ਝੰਡੇ, ਉਹ ਕਹਿੰਦੇ ਵੀ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਦਾ ਸੱਤ ਕੱਢੋ ਵਿੱਚੋਂ। ਮੈਨੂੰ ਡਰ ਹੈ ਇਸ ਚੀਜ਼ ਦਾ ਸ਼ਰੇਆਮ। ਮੈਨੂੰ ਤੇ ਮਹਿਸੂਸ ਹੋ ਰਿਹਾ ਕਿ ਦੁਨੀਆ ਹੁਣ ਤਮਾਸ਼ਾ ਦੇਖੇਗੀ, ਖਾਸ ਕਰ ਕੇਂਦਰ ਦੀ ਉਹ ਸਰਕਾਰ ਜਿਸ ਨੂੰ ਕਿਸਾਨਾਂ ਨੇ 750 ਜਾਨਾਂ ਦੇ ਕੇ ਇਹ ਸਾਰਾ ਇੰਨਾ ਕੁਝ ਕਰਕੇ ਜਿਹੜਾ ਝੁਕਾਇਆ,
ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਝੁਕਾਇਆ। ਦੇਸ਼ ਜੀ। ਦੇ ਪ੍ਰਧਾਨ ਮੰਤਰੀ ਨੇ ਆਪਣੇ ਸਿਆਸੀ ਜੀਵਨ ਦਾ ਸ਼ਾਇਦ ਪਹਿਲਾ ਫੈਸਲਾ ਵੱਡਾ ਕੀਤਾ, ਇੰਨਾ ਵੱਡਾ, ਜਾਂ ਜਿਹੜੇ ਵੱਡੇ ਫੈਸਲੇ ਕੀਤੇ, ਭਾਵੇਂ ਕਸ਼ਮੀਰ ਬਾਰੇ ਕੀਤਾ, ਭਾਵੇਂ ਨਾਗਰਿਕਤਾ ਕਾਨੂੰਨ ਬਾਰੇ ਕੀਤਾ, ਜਾਂ ਹੋਰ ਕੀਤੇ ਨੇ, ਤੇ ਉਹਨਾਂ ਚੋਂ ਜਿਹੜਾ ਹੋਰ ਇੱਕ ਸਭ ਤੋਂ ਵੱਡਾ ਫੈਸਲਾ ਸੀ ਖੇਤੀ ਕਾਨੂੰਨਾਂ ਦਾ, ਉਹ ਵਾਪਸ ਲਿਆ ਜੀ। ਪੰਜਾਬੀਆਂ ਕਰਕੇ, ਪੰਜਾਬੀਆਂ ਅੱਗੇ ਝੁੱਕ ਕੇ ਤੇ ਪੰਜਾਬੀਆਂ ਨੂੰ ਸਜਦਾ ਕੀਤਾ। ਦੁਨੀਆ ਦੇ ਸੰਘਰਸ਼ਸ਼ੀਲ ਲੋਕਾਂ ਨੇ ਕਿਹਾ ਕਿ ਹਾਂ, ਸਾਨੂੰ ਹੁਣ ਜਿਹੜੀ ਲੀਡ ਮਿਲਦੀ ਹੈ, ਸਾਨੂੰ ਜਿਹੜੀ ਹੈ ਅਗਵਾਈ ਮਿਲਦੀ ਹੈ ਪੰਜਾਬ ਦੇ ਦਿੱਤੇ ਹੋਏ ਸੰਘਰਸ਼ ਤੋਂ। ਮੈਨੂੰ ਯਾਦ ਹੈ ਚੰਡੀਗੜ੍ਹ ਦੇ ਵਿੱਚ ਉਹਨਾਂ ਦਿਨਾਂ 'ਚ ਕੁਝ ਠੇਕਾ ਕਰਮਚਾਰੀ ਤੇ ਕੁਝ ਅਧਿਆਪਕ ਮੈਨੂੰ ਮਿਲਦੇ ਹੁੰਦੇ ਸੀ, ਤਾਂ ਉਹਨਾਂ ਦੇ ਮੈਂ ਇੱਕ 45-50 ਬੰਦਿਆਂ ਦੇ ਧਰਨੇ ਦੇ ਵਿੱਚ ਮੈਂ ਉਹਨਾਂ ਦੀ ਸਪੀਚ ਸੁਣ ਰਿਹਾ ਸੀ। ਉਹ ਕਹਿੰਦੇ ਸੀ ਕਿ ਸਾਡੇ ਸੰਘਰਸ਼, ਸਾਡੇ ਇਹ 50 ਸਾਲਾਂ ਤੋਂ ਚੱਲਦੇ ਨੇ ਕਰਮਚਾਰੀ ਮੁਲਾਜ਼ਮ ਸੰਘਰਸ਼, ਕਹਿੰਦੇ ਅਸੀਂ ਕਾਮਯਾਬ ਨਹੀਂ ਹੋਏ ਸੀ, ਸਾਨੂੰ ਹੁਣ ਕਿਸਾਨਾਂ ਤੋਂ ਸਿੱਖਣਾ ਪੈਣਾ ਕਿ ਸੰਘਰਸ਼ ਕਿਵੇਂ ਕਰਨਾ ਹੈ। ਜੀ, ਸਾਨੂੰ ਕਿਸਾਨਾਂ ਤੋਂ ਸਿੱਖਣ ਦੀ ਲੋੜ ਹੈ। ਉਸ ਦਾ ਹੁਣ ਠਿੱਠ ਹੋ ਸਕਦਾ ਹੈ ਜੇਕਰ ਇਹ ਸਾਰਾ ਕੁਝ ਉਸ ਤਰ੍ਹਾਂ ਸਾਬਤ ਹੋ ਗਿਆ ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਖਦਸ਼ਾ ਹੈ ਕਿ ਇਸ ਤਰ੍ਹਾਂ ਹੋਏਗਾ। ਕਿਉਂਕਿ ਇੱਕ ਘਰ ਦਾ ਭੇਤ ਦੂਜੇ ਘਰ 'ਚ ਜਾ ਰਿਹਾ, ਤੇ ਉਹ ਵੀ ਉਸ ਘਰ 'ਚ ਜਾ ਰਿਹਾ ਜਿਸ ਘਰ ਦਾ ਫਿਰ ਦਿੱਲੀ ਜਿਹਦੇ ਨਾਲ ਸਾਡਾ ਟੱਕਰ ਹਮੇਸ਼ਾ ਹੀ ਰਹੀ ਹੈ, ਜੋ ਚੁਬਾਰੇ ਤੇ ਕਿਰਾਏਦਾਰ ਹੈ ਘਰ। ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਨੀਲ ਜੀ। ਸੋ ਮਿਹਰਬਾਨੀ ਇਹ ਸਨ ਨੀਲ ਪਲਿੰਦਰ ਜੀ, ਸਕਾਈ ਨਿਊਜ਼ ਦੇ ਪੋਲੀਟੀਕਲ ਐਡੀਟਰ, ਤੇ ਹਰਚਰਨ ਬਰਾੜ ਜੀ ਮੇਰੇ ਨਾਲ ਨੇ। ਹਾਂਜੀ ਹਰਚਰਨ ਜੀ, ਤੁਹਾਡੇ ਕੁਝ ਵਿਚਾਰ ਜਲਦੀ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਇੰਜ ਨਹੀਂ ਲੱਗਦਾ ਜਿਵੇਂ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਵੇਂ ਮੱਕੜ ਜਾਲ ਵਿੱਚ ਫਸਾ ਲਿਆ ਹੁੰਦਾ ਭਗਵੰਤ ਮਾਨ ਨੂੰ। ਤੇ ਦੂਜੀ ਗੱਲ ਧੰਨਵਾਦ ਸਾਹਿਬ, ਤੁਹਾਡੇ ਵੀ ਆਪਣਾ ਹੋਊਗਾ ਬਿਆਨ ਵਿੱਚ ਸਾਰੀਆਂ ਜੋ ਗੱਲਾਂ ਇਹਨਾਂ ਨੇ ਕਮੈਂਟਮੈਂਟ ਕੀਤੀਆਂ ਸੀਗੀਆਂ ਵੀ ਆਪਣਾ ਪੀਪੀਐਸ ਅਫਸਰਾਂ ਨੂੰ ਅਸੀਂ ਐਸਐਸਪੀ ਨਹੀਂ ਲਾਵਾਂਗੇ, ਕਾਨੂੰਨ ਮੁਤਾਬਕ ਚੱਲਾਂਗੇ। ਹੁਣ ਤੁਸੀਂ ਲਿਸਟ ਵੇਖ ਲਓ, ਅੱਧਿਓਂ ਵੱਧ ਪੀਪੀਐਸ ਅਫਸਰ ਲਾਏ ਆ ਐਸਐਸਪੀ। ਤੇ ਬਾਕੀ ਚਲੋ ਵਧੀਆ, ਬੜੇ ਤਰੀਕੇ ਨਾਲ ਉਹ ਸਮਝਾ ਕੇ ਗਏ ਹੈ ਕਿ ਮੈਟਰ ਸੀਗਾ, ਕੀ ਆਪਣਾ ਨੁਕਸਾਨ ਹੋ ਸਕਦਾ, ਕੀ ਫਾਇਦਾ ਹੋ ਸਕਦਾ ਹੈਗਾ। ਜੀ ਜੀ, ਚਲੋ ਮਿਹਰਬਾਨੀ ਜੀ, ਸ਼ੁਕਰੀਆ।